ਲਾਏ ਨੇ ਤੁਹਾਡੇ ਤੇ ਕਿ ਦਸਤਾਰ ਲਾਈ ਹੈ, ਬਾਲ ਪੁੱਟੇ ਨੇ, ਦਾੜੀ ਪੁੱਟੀ ਹੈ, ਇਹ ਕਿੰਨੇ ਕੁ ਸੱਚ ਨੇ ਪੂਰੇ? ਇਹ ਬਿਲਕੁਲ ਜਰਾ ਝੂਠ ਹੈ, ਸਾਰੀ ਗੱਲ ਇੱਕਦਮ ਝੂਠ ਹੈ ਜੀ। ਹਾਂ, ਮੈਂ ਰੋਜ਼ ਗੁਰਦੁਆਰੇ ਜਾਂਦਾ ਜੀ। ਹਾਂ, ਇਹ ਪੱਗਾਂ ਹਟਾਤੀਆਂ, ਦੂਸਰਾ ਬੰਦਾ ਆ ਰਿਹਾ ਉਹ ਵੀ ਕਹਿੰਦਾ ਮੇਰੀ ਪੱਗ ਹਟਾਤੀ, ਤੀਸਰਾ ਬੰਦਾ ਆ ਰਿਹਾ ਉਹ ਵੀ ਕਹਿੰਦਾ ਮੇਰੀ ਪੱਗ ਹਟਾਤੀ ਜੀ। ਹਾਂ, ਸਾਨੂੰ ਤਾਂ ਫਿਰ ਹੋਰ ਕੋਈ ਕੰਮ ਹੀ ਨਹੀਂ ਸੀਗਾ ਜੀ। ਹਾਂ, ਤਿੰਨੇ ਬੰਦੇ ਆ ਜੀ, ਕਹਿੰਦੇ ਅਸੀਂ ਬਚਾਅ ਵਾਸਤੇ ਆਏ ਜੀ। ਤਾਂ ਜਿਹੜੇ ਸਾਡੇ ਸੱਟਾਂ ਵੱਜੀ ਮੈਂ ਬਚਾਅ ਵਾਸਤੇ ਆਏ ਵੇ ਜੀ। ਹਾਂ, ਸੁਖਪਾਲ ਜੀ, ਮਾਮਲਾ ਕਿਉਂ ਉਲਝਿਆ? ਲੜਾਈਆਂ ਦੱਸਿਆ ਜਾ ਰਿਹਾ ਕਿ ਦੋਨੇ ਧਿਰਾਂ ਦੇ ਵਿੱਚ ਹੋਈਆਂ ਨੇ, ਮੁੱਦਾ ਕੀ ਬਣ ਰਿਹਾ ਹੁਣ? ਪਹਿਲਾਂ ਜਿਹੜੀ ਤੁਸੀਂ ਦੱਸ ਰਹੇ ਨੇ ਕਿ ਹੋਟਲ ਦੇ ਵਿੱਚ ਲੜਾਈ ਹੋਈ ਹੈ ਜਿੱਥੇ ਤੁਸੀਂ ਜਨਮ ਦਿਨ ਮਨਾਉਣ ਗਏ ਸੀ, ਦੱਸਿਆ ਜਾ ਰਿਹਾ ਸੀ ਕਿ ਉੱਥੇ ਪਹਿਲਾਂ ਤੁਹਾਡੇ ਵੱਲੋਂ ਪਹਿਲ ਕੀਤੀ ਗਈ ਸੀ, ਉਹਨਾਂ ਵੱਲੋਂ ਪਹਿਲ ਕੀਤੀ ਗਈ ਸੀ? ਬਸ ਉਹ ਬੰਦੇ ਨੂੰ ਥੋੜਾ ਟੱਚ ਹੋਇਆ ਹੈ, ਠੀਕ ਹੈ, ਹੋਰ ਕੁਝ ਨਹੀਂ ਹੋਇਆ ਨਾ। ਉਹਨਾਂ ਮਾਮਲਾ ਦਸਤਾਰ ਤੱਕ ਪਹੁੰਚ ਗਿਆ। ਕਹਿੰਦਾ ਧਾਰਮਿਕ ਰੰਗਤ ਤੁਹਾਡੇ ਦੋਸ਼ ਲੱਗ ਰਹੇ ਨੇ, ਪਿੰਡ ਵਾਲੇ ਅੱਜ ਇਕੱਠੇ ਹੋਏ ਸੀ, ਕਹਿੰਦਾ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ। ਠੀਕ ਹੈ, ਲੜਾਈ ਹੋਈ ਹੈ, ਕਹਿੰਦਾ ਕਿ ਦਸਤਾਰ ਦਾ ਮਾਮਲਾ ਜਾਣਬੁੱਝ ਕੇ ਬਣਾਇਆ ਜਾ ਰਿਹਾ। ਅਸੀਂ ਤਾਂ 2-3 ਜਣੇ ਤਾਂ ਛਡਾਣੇ ਗਏ ਤੇ ਜੀ। ਉੱਥੇ ਜਦੋਂ ਪੰਚ ਸਾਹਿਬ ਆਏ, ਪੰਚ ਸਾਹਿਬ ਆ ਕੇ ਪੰਚ ਸਾਹਿਬ ਵੀ ਲੱਗੇ ਛਡਾਣ ਵੀ ਤੁਸੀਂ ਕਾਹਨੂੰ ਲੜਦੇ ਵੀ ਰਹਿਣ ਦਿਓ। ਪੰਚ ਸਾਹਿਬ ਦੀ ਪੱਗ ਨੂੰ ਹੱਥ ਲੱਗੇ ਸੀ ਪਾਉਣ ਨੂੰ। ਪੱਗਾਂ ਦੀ ਲੜਾਈ ਚੱਲ ਰਹੀ ਸੀ। ਉੱਥੇ ਤਾਂ ਉਹ ਤਾਂ ਕੱਲੇ ਦੀ ਪੱਗ ਨੂੰ ਹੱਥ ਪਾ ਰਹੇ ਤੇ ਜੀ। ਫਿਰ ਹੁਣ ਉੱਥੇ ਫਿਰ ਹੱਥੋਂ ਪਾਈ ਲੱਗ ਗਏ ਜੀ। ਹੁਣ ਇਹਦੇ ਦੋਸ਼ ਲਾਈ ਜਾ ਰਹੇ ਨੇ, ਕਹਿੰਦਾ ਕਿ ਪਹਿਲਾਂ ਵੀ ਲੜਾਈ ਝਗੜਿਆਂ ਦੇ ਵਿੱਚ ਕਹਿੰਦਾ ਕਿ ਨਿਹੰਗ ਸਿੰਘ ਸ਼ਾਮਲ ਸੀ। ਕੋਈ ਇਦਾਂ ਸਹੀ ਹੈ? ਥਾਣੇ ਵਿੱਚ ਜਾ ਕੇ ਦੇਖ ਲਓ, ਮੇਰੇ ਨਾਲ ਤਾਂ ਕੋਈ ਪਰਚਾ ਨਹੀਂ ਜੀ ਹੈ, ਕੋਈ ਕੁਝ ਨਹੀਂ ਜੀ ਹੈ। ਸਗੋਂ ਥਾਣੇ ਵਿੱਚ ਜਾ ਕੇ ਇਹ ਪੁੱਛੋ ਸੀ ਜਿੰਨੇ ਪਿੰਡ ਵਿੱਚ ਕੋਈ ਚਿੱਟਾ ਵੇਚਣੇ ਵਾਲਾ ਤਾਂ ਗੋਲੀਆਂ ਵੇਚਣੇ ਵਾਲਾ ਤਾਂ ਜੀ ਅਸੀਂ ਉਹ ਲੋਕਾਂ ਨੂੰ ਹਟਾਏ, ਬਹੁਤ ਮੋਟੇ ਨਸ਼ੇ ਛੱਡ ਗਏ। ਤੇ ਬਾਈ ਜੀ, ਜਦੋਂ ਜਨਮ ਦਿਨ ਤੇ ਗਏ ਸੀ ਇਹ ਵੀ ਦੋਸ਼ ਲਗਾਇਆ ਜਾ ਰਿਹਾ, ਕਹਿੰਦਾ ਕਿ ਸ਼ਰਾਬ ਵਗੈਰਾ ਵੀ ਤੁਸੀਂ ਪੀਏ ਨਾਲ? ਸ਼ਰਾਬ ਤਾਂ ਉਹਨਾਂ ਨੇ ਪੀਤੀ ਹੋਈ ਸੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ HN1 ਨਿਊਜ਼ ਚੈਨਲ। ਅਕਸਰ ਹੀ ਪਿੰਡਾਂ ਦੇ ਵਿੱਚ ਲੜਾਈ ਝਗੜਿਆਂ ਦੇ ਮਾਮਲੇ ਸਾਹਮਣੇ ਆਉਂਦੇ ਨੇ। ਇਸ ਨੂੰ ਲੈ ਕੇ ਕਈ ਵਾਰ ਇੱਦਾਂ ਦੀ ਤਕਰਾਰ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਕਿ ਸਿਆਸਤ ਜਿਹੜੇ ਲੋਕ ਕਰਨ ਲੱਗ ਜਾਂਦੇ ਨੇ। ਕਿ ਇੱਦਾਂ ਦੀ ਮਾਮਲਾ ਕੁਰਾਲੀ ਨਜ਼ਦੀਕ ਪਿੰਡ ਖਿਦਰਾਬਾਦ ਦਾ ਹੈ, ਜਿੱਥੇ ਕਿ ਦੋ ਗੁੱਟਾਂ ਦੇ ਵਿੱਚ ਆਪਸੀ ਲੜਾਈ ਹੁੰਦੀ ਹੈ, ਇੱਕ ਦੂਜੇ ਸੱਟਾਂ ਵੱਜਦੀਆਂ ਨੇ ਤੇ ਕੁਰਾਲੀ ਦੇ ਹਸਪਤਾਲ ਦੇ ਵਿੱਚ ਦਾਖਲ ਨੇ। ਤੇ ਪੂਰਾ ਮਾਮਲਾ ਕੀ ਹੈ, ਗੱਲਬਾਤ ਕਰਦੇ ਹਾਂ। ਕਿਉਂਕਿ ਕਈ ਵਾਰੀ ਇਹ ਕਿਹਾ ਜਾ ਰਿਹਾ ਕਿ ਇਸ ਨੂੰ ਜਿਹੜਾ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ ਜਾਂ ਫਿਰ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ। ਪਿਛਲੇ ਦਿਨੀ ਖਬਰ ਲੱਗੀ ਸੀ ਕਿ ਪੱਗ ਉਤਾਰੀ ਗਈ ਹੈ, ਦਾੜੀ ਪੁੱਟੀ ਗਈ ਹੈ ਤੇ ਇਸ ਨੂੰ ਲੈ ਕੇ ਇੱਕ ਪਾਰਟੀ ਦੂਜੀ ਪਾਰਟੀ ਦੋਸ਼ ਲਾਇਆ ਸੀ। ਜਿਸ ਪਾਰਟੀ ਦੋਸ਼ ਲੱਗਿਆ ਸੀ ਉਹ ਸਾਡੇ ਨਾਲ ਹੈ। ਤੇ ਬਾਈ ਜੀ, ਮਾਮਲਾ ਕੀ ਹੋਇਆ ਸੀ? ਦੱਸਿਆ ਜਾ ਰਿਹਾ ਕਹਿੰਦਾ ਕਿ ਤੁਸੀਂ ਦਾੜੀ ਪੁੱਟੀ ਹੈ, ਤੁਸੀਂ ਦਸਤਾਰ ਲਾਈ ਹੈ, ਬਾਲ ਪੁੱਟੇ ਨੇ, ਕਹਿੰਦੇ ਤੁਹਾਡੇ 295 ਲੱਗਣੀ ਚਾਹੀਦੀ ਹੈ। ਮਾਮਲਾ ਕੀ ਸੀ? ਭਾਜੀ ਆਪਣੇ ਨਾ ਮੇਰੇ ਪੜੋਸੀ ਹੈ, ਮੇਰਾ ਭਤੀਜਾ ਲੱਗਦਾ ਸੀਗਾ, ਉਹਨਾਂ ਦਾ ਬਰਥਡੇ ਸੀਗਾ, ਉਹ ਬੇਟੇ ਦਾ ਬਰਥਡੇ ਸੀਗਾ। ਚੰਡੀਗੜ੍ਹ 43 ਸੈਕਟਰ ਵਿੱਚ ਫੰਕਸ਼ਨ ਸੀਗਾ ਜੀ। ਹਾਂ, ਉਹਨਾਂ ਵਿੱਚ ਇੰਦਰਜੀਤ ਸਿੰਘ ਨਾਮ ਦਾ ਜਿਹੜਾ ਬੰਦਾ ਸੀਗਾ, ਮੁੰਡਾ ਸੀਗਾ ਜੀ। ਉਹ ਉਹਨਾਂ ਡਰਿੰਕ ਕੀਤੀ ਹੋਈ ਸੀਗੀ ਜੀ। ਹਾਂ, ਡਰਿੰਕ ਡੀਜੇ 'ਤੇ ਨੱਚ ਰਿਹਾ ਸੀਗਾ ਜੀ। ਉਹ ਚਲੋ ਸਾਡੇ ਨਾਲ ਦਾ ਮੇਰਾ ਪੜੋਸੀ ਮੁੰਡਾ ਜੀ ਲਲਿਤ ਗੁਪਤਾ ਜੀ। ਹਾਂ, ਤਾਂ ਉਹਨਾਂ ਨੂੰ ਬਾਂਹ 'ਤੇ ਫੜ ਕੇ ਉਹਨਾਂ ਨੂੰ ਵੀ ਮਜਬੂਰ ਕਰ ਰਿਹਾ ਸੀਗਾ ਵੀ ਡੀਜੇ 'ਤੇ ਆ ਕੇ ਤੁਸੀਂ ਨੱਚੇ। ਹਾਂ, ਤਾਂ ਉਸ ਬੰਦੇ ਨੇ ਇਹੀ ਗੱਲ ਕਹੀ ਹੈ, ਕਹਿੰਦਾ ਲਲਿਤ ਗੁਪਤਾ ਨੇ ਵੀ ਮੈਂ ਵੀ ਤੇਰੇ ਨਾਲ ਚੱਲ ਬੋਲਦਾ ਨਹੀਂ ਹੈ, ਤੇਰੇ ਨਾਲ ਕੁਛ ਨਹੀਂ ਕਰਦਾ। ਹਾਂ, ਤੂੰ ਮੈਨੂੰ ਕਿਉਂ ਇਹਦੇ ਨਾਲ ਕਰ ਰਿਹਾ ਇਹ? ਜਿਸ ਵਿੱਚ ਉਹਨਾਂ ਡਰਿੰਕ ਕਰੀ ਵੀ ਵਿੱਚ ਉਹਨਾਂ ਨੇ ਫਿਰ ਧੱਕਾ ਮੁੱਕੀ ਕਰੀ ਜੀ ਉਸ ਨਾਲ ਜੀ। ਹਾਂ, ਚਲੋ ਅਸੀਂ ਕੋਲ ਖੜੇ ਸੀਗੇ, ਅਸੀਂ ਉਹਨਾਂ ਦੋਨਾਂ ਛੁਡਵਾਏ ਜੀ। ਕਿਉਂਕਿ ਉਹ ਵੀ ਮੁੰਡਾ ਇੰਦਰਜੀਤ ਵੀ ਆਪਣਾ ਸੀਗਾ ਜੀ, ਵੀ ਚਲੋ ਨਿਆਣੇ ਤੁਸੀਂ ਸਾਡੇ ਹੱਥਾਂ 'ਮਾ ਖੇਲੇ ਆ ਇਹ। ਅਸੀਂ ਹੁਣ ਦੋਨਾਂ ਛੁਡਵਾ ਕੇ ਜੀ, ਮੈਂ ਲਲਿਤ ਗੁਪਤਾ ਨੂੰ ਨਾਲ ਲੈ ਕੇ ਗੱਡੀ 'ਚ ਬਿਠਾ ਲਿਆ ਵੀ ਚਲੋ ਭਾਈ ਤੁਸੀਂ ਉਰੇ ਲੜਨਾ ਨਹੀਂ ਹੈ, ਵੀ ਚਲੋ ਘਰ ਕਿਸੇ ਦਾ ਫੰਕਸ਼ਨ ਤੁਸੀਂ ਕਿਉਂ ਖਰਾਬ ਕਰਨ ਲੱਗੇ ਵੇ ਜੀ। ਹਾਂ, ਇਹਨਾਂ ਵਿੱਚ ਕੀ ਹੋਇਆ ਜੀ, ਇੰਦਰਜੀਤ ਸਿੰਘ ਉੱਪਰ ਆ ਗਿਆ ਜੀ। ਇਹ ਉੱਪਰ ਆ ਕੇ ਨਾ ਗੱਡੀ ਵਿੱਚ ਤੋਂ ਮੁੰਡਿਆਂ ਨੂੰ ਖੜ ਕੇ ਥੱਪੜ ਲੱਗ ਗਿਆ ਜੀ ਮਾਰਨ। ਥੱਪੜ ਮਾਰਨ ਦੇ ਚੱਕਰ ਦੇ ਵਿੱਚ ਛੋਟਾ ਮੇਰਾ ਬ੍ਰਦਰ ਨੀਤਨ ਆ ਜੀ, ਇਹ ਉਹਨਾਂ ਛੁਡਾਉਣ ਲੱਗ ਗਿਆ ਜੀ। ਇਹ ਛੁਡਾਉਂਦੇ ਆਪਣੇ ਆਪ ਗਿਰ ਗਿਆ। ਸਾਨੂੰ ਕੀ ਪਤਾ ਵੀ ਇਹਦੇ ਪੱਗ ਕਰੋ ਵੀ ਅੱਜ ਤਾਂ ਚਲੋ ਜੇ ਦੇਖੀ ਨਹੀਂ, ਕੁਛ ਕਰਿਆ ਨਹੀਂ ਜੀ। ਇਹ ਸਾਡੇ 'ਤੇ ਐਲੀਗੇਸ਼ਨ ਲਾ ਰਹੇ ਜੀ, ਗਲਤ ਲਾ ਰਹੇ ਇਹ। ਅਸੀਂ ਉੱਥੇ ਗੱਡੀ ਲੈ ਕੇ ਅਸੀਂ ਮੁੰਡਾ ਬਿਠਾਇਆ ਸੀਗਾ, ਲੜਨਾ ਨਹੀਂ, ਕੁਛ ਨਹੀਂ ਕਰਨਾ। ਅਸੀਂ ਉੱਥੇ ਨੂੰ ਆ ਗਏ ਜੀ। ਹਾਂ, ਸਾਡੇ ਨਾਲੋਂ ਪਹਿਲਾਂ ਇਹ ਗਰੁੱਪ ਇਹਨਾਂ ਦਾ ਜਿਹੜਾ ਸੀਗਾ ਜੀ, ਜਿਹੜਾ ਸਾਡੇ ਪਿੰਡ ਦਾ ਇੱਕ ਸੁਖਦੇਵ ਸਿੰਘ ਪੰਚ ਹੈ ਜੀ। ਹਾਂ, ਆਪਣਾ ਗੁਰਵਿੰਦਰ ਸਿੰਘ ਹੈ ਜੀ। ਹਾਂ, ਆਪਣੇ ਇੰਦਰਜੀਤ ਸਿੰਘ ਹੈ ਜੀ। ਹਾਂ, ਔਰ ਹਰਸਿਮਰਤ, ਇਹਨਾਂ ਨੇ ਆ ਕੇ ਸਾਡੇ ਪਿੰਡ ਦੇ ਨੀਚੇ ਨਾਕਾ ਲਗਾ ਲਿਆ ਜੀ। ਹਾਂ, 11:43 ਤੇ 11:44 ਮੇਰੇ ਕੋਲ ਰਿਕਾਰਡਿੰਗਾਂ ਪਈਆਂ ਜੀ ਉਹਨਾਂ ਦੀਆਂ। ਹਾਂ, ਇਹਨਾਂ ਨੇ ਸਾਨੂੰ ਕਹਿੰਦੇ ਵੀ ਜੇ ਤੁਸੀਂ ਪਿੰਡ ਵਿੱਚ ਆ ਜਾਓ, ਉਹਨੇ ਵੱਢਣਾ ਹੀ ਵੱਢਣਾ ਜੀ ਅੱਜ ਅਸੀਂ। ਹਾਂ, ਤਾਂ ਸਾਨੂੰ ਅਸੀਂ ਕਿਸੇ ਬੰਦੇ ਨੇ ਜਿਹੜਾ ਫੰਕਸ਼ਨ ਜਿਹੜਾ ਸੀਗਾ ਉਹਨਾਂ ਨੇ ਸਮਝਾਇਆ ਵੀ ਉਹ ਸਾਡੇ ਤੋਂ ਪਹਿਲਾਂ ਪਹੁੰਚ ਗਏ ਸੀਗੇ। ਉਹਨਾਂ ਸਾਨੂੰ ਫੋਨ ਕਰੇ ਵੀ ਤੁਸੀਂ ਰਸਤੇ 'ਤੇ ਰੁਕ ਜਾਓ, ਲੜਾਈ ਦਾ ਮੂੰਹ ਕਾਲਾ ਹੈ, ਤੁਸੀਂ ਲੜਾਈ ਨਹੀਂ ਕਰਨੀ। ਹਾਂ, ਅਸੀਂ ਰਸਤੇ ਵਿੱਚ ਡਰ ਕੇ ਅਸੀਂ ਕਿਤੇ ਰਸਤੇ 'ਤੇ ਲੁੱਕ ਕੇ ਖੜ੍ਹ ਗਏ ਜੀ, ਵੀ ਅਸੀਂ ਕਾਹਨੂੰ ਵੀ ਲੜਾਈ ਕਰਨੀ। ਅਸੀਂ ਰਸਤੇ 'ਚ ਖੜ੍ਹ ਗਏ ਜੀ ਕਿਤੇ ਜੀ। ਉੱਥੇ ਇੱਕ ਸਾਡੇ ਮਾਮੂਦੀਨ ਜੀ, ਉਹਨਾਂ ਨੇ ਫਿਰ ਜਾ ਕੇ ਇਹਨਾਂ ਸਮਝਾ ਵੀ ਤੁਸੀਂ ਕਿਉਂ ਲੜਨ ਲੱਗੇ। ਉਹਨਾਂ ਨੇ ਉੱਥੇ ਤੇ ਫਿਰ ਇਹਨਾਂ ਸਾਈਡ 'ਤੇ ਕਰਿਆ ਜੀ। ਹਾਂ,
ਤਾਂ ਇਹਨਾਂ ਨੂੰ ਰਾਤ ਦੀ ਰਾਤ ਹੀ ਸਾਡੇ ਉਹਦੇ ਕੁੱਟਣੇ ਵਾਸਤੇ ਰਾਤ ਲਈ ਇਹ ਤੱਕ ਬੈਠੇ ਸੀਗੇ ਆਪਣੀ ਪੂਰੀ। ਦੋਸ਼ ਲਾਏ ਨੇ ਤੁਹਾਡੇ ਤੇ ਕਿ ਦਸਤਾਰ ਲਾਈ ਹੈ, ਬਾਲ ਪੁੱਟੇ ਨੇ, ਦਾੜੀ ਪੁੱਟੀ ਹੈ, ਇਹ ਕਿੰਨੇ ਕੁ ਸੱਚ ਨੇ ਪੂਰੇ ਫਿਰ? ਇਹ ਬਿਲਕੁਲ ਜਰਾ ਝੂਠ ਹੈ, ਸਾਰੀ ਗੱਲ ਇੱਕਦਮ ਝੂਠ ਹੈ ਜੀ। ਹਾਂ ਮੈਂ ਰੋਜ਼ ਗੁਰਦੁਆਰੇ ਜਾਂਦਾ ਜੀ। ਹਾਂ ਮੇਰੇ ਤੁਸੀਂ ਯਕੀਨ ਨਹੀਂ ਕਰ ਸਕਦੇ, ਹਿੰਦੂ ਧਰਮ ਨਾਲ ਮੈਂ ਬਾਣੀਆਂ ਜਦ ਨਾਲ ਸੰਬੰਧ ਰੱਖਦਾ ਜੀ। ਹਾਂ ਗੁਰਦੁਆਰੇ ਜਾਈਦਾ ਜੀ ਆਪਾਂ। ਹਾਂ ਔਰ ਅਖੰਡ ਪਾਠ ਖਵਾਈਦਾ ਜੀ ਉੱਥੇ। ਤੁਸੀਂ ਜਾ ਕੇ ਗ੍ਰੰਥੀ ਤੋਂ ਵੀ ਪਤਾ ਕਰ ਸਕਦੇ ਵੀ ਇਹ ਕਿੱਦਾਂ ਦਾ ਜੀ। ਹਾਂ ਔਰ ਪਿੰਡ ਵਿੱਚ ਤੁਹਾਨੂੰ ਵੀ ਤੁਸੀਂ ਵੀ ਦੇਖਿਆ ਹੀ ਆ ਵੀ ਆਪਣੇ ਕੋਈ ਗਲਤ ਵੀ ਕੋਈ ਵੀ ਇੱਕ ਬੰਦਾ ਪੂਰੇ ਪਿੰਡ ਵਿੱਚ ਇੱਕ ਵੀ ਬੰਦਾ ਕਹਿ ਦੇਵੇ ਕੋਈ ਇਹਨਾਂ ਦਾ ਸੈਣੀ ਭਾਈ ਉੱਥੇ ਜਾ ਕੇ ਪੂਰੇ ਪਿੰਡ ਮਾ ਤੁਸੀਂ ਸਰਵੇ ਕਰ ਲਓ ਵੀ ਕੋਈ ਸੈਣੀ ਭਾਈ ਸਾਡਾ ਹੀ ਕਹਿ ਦੇਵੇ ਆ ਵੀ ਇਹ ਬੰਦਿਆਂ ਨੇ ਕਦੇ ਕਿਸੇ ਪੱਗ ਢਾਈ ਹੋਵੇ, ਕਦੇ ਬਿਜ਼ਨਸਮੈਨ ਬੰਦਿਆਂ ਦੀ ਲੜਾਈ ਕਰਨ ਵਾਲੇ ਥੋੜ੍ਹੇ ਨਾ ਜੀ ਅਸੀਂ। ਤੇ ਪਿੰਡਾਂ ਦੇ ਵਿੱਚ ਜਿਹੜਾ ਮਾਹੌਲ ਬਣਿਆ ਹੋਇਆ ਹੁਣ ਹਿੰਦੂ ਸਿੱਖ ਦਾ ਕਿ ਜਿਹੜਾ ਉਹ ਕਹਿੰਦੇ 295 ਲੱਗਣੀ ਚਾਹੀਦੀ ਹੈ, ਤਾਂ ਇਸ ਨੂੰ ਕਿਵੇਂ ਦੇਖਦੇ ਹੋ? ਕਿਤੇ ਨੂੰ ਲੱਗਦਾ ਨਹੀਂ ਕਿ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੁਣ? ਭਾਜੀ ਮਾਹੌਲ ਖਰਾਬ ਤਾਂ ਹੁਣ ਇਹੀ ਕਰ ਰਹੇ ਨੇ, ਅਸੀਂ ਤਾਂ ਕੋਈ ਅਸੀਂ ਸਾਨੂੰ ਮਾਰ ਦਿਓ ਜੀ। ਹਾਂ ਅਸੀਂ ਪਿੰਡ ਮਾ ਰਹਿੰਦੇ ਨੇ ਜੀ। ਹਾਂ ਬੰਦਾ ਆ ਰਿਹਾ ਉਹ ਵੀ ਕਹਿੰਦਾ ਮੇਰੀ ਪੱਗ ਢਾਤੀ, ਤੀਸਰਾ ਬੰਦਾ ਆ ਰਿਹਾ ਉਹ ਵੀ ਕਹਿੰਦਾ ਮੇਰੀ ਪੱਗ ਢਾਤੀ ਜੀ। ਹਾਂ ਸਾਨੂੰ ਤਾਂ ਫਿਰ ਹੋਰ ਕੋਈ ਕੰਮ ਹੀ ਨਹੀਂ ਸੀਗਾ ਜੀ। ਹਾਂ ਤਿੰਨੇ ਬੰਦੇ ਆ ਜੀ, ਕਹਿੰਦੇ ਅਸੀਂ ਬਚਾਅ ਵਾਸਤੇ ਆਏ ਜੀ। ਜਿਹੜੇ ਸਾਡੇ ਸੱਟਾਂ ਵੱਜੀ ਮੈਂ ਬਚਾਅ ਵਾਸਤੇ ਆਏ ਵੇ ਜੀ। ਹਾਂ ਤੁਹਾਡੇ ਤੇ ਕਿਸ ਚੀਜ਼ ਦਾ ਵਾਰ ਕੀਤਾ ਉਹਨਾਂ ਲੋਕਾਂ ਨੇ? ਮੇਰੇ ਕੋਲ ਉਹਨਾਂ ਦੇ ਕੋਲ ਜੀ ਤੇਜ਼ਧਾਰ ਹਥਿਆਰ ਸੀਗਾ। ਮੈਨੂੰ ਇਹ ਨਹੀਂ ਪਤਾ ਵੀ ਉਹਨਾਂ ਸਿਰ ਤੇ ਮਾਰੀ ਉਹਨਾਂ ਦੇ ਕੋਲ। ਮੇਰੇ ਖਿਆਲ ਤੇ ਆਪਾਂ ਕੀ ਪਾਉਂਦੇ ਨਿਸ਼ਾਨ ਉਹ ਪਾਉਂਦੇ ਵੀ ਉਹਨਾਂ ਨੇ ਉਹ ਮਾਰੀ ਇਹ, ਕਿਉਂਕਿ ਉਹਨਾਂ ਦੇ ਵਿੱਚ ਇੱਕ ਨਿਹੰਗ ਸੀਗਾ ਮੁੰਡਾ ਸੀਗਾ ਇਹ, ਉਸਨੇ ਜ਼ਿਆਦਾ ਕਰਿਆ ਜੀ। ਹਾਂ ਧੱਕਾ ਮੁੱਕੀ ਵਿੱਚ ਕਦੇ ਕੋਈ ਆਪਸੀ ਰੰਜਿਸ਼ ਹੋਈ ਤੁਹਾਡੀ ਇਹਨਾਂ ਨਾਲ ਬੰਦੇ ਨੂੰ? ਨਹੀਂ ਸਾਡਾ ਅਸੀਂ ਬਿਜ਼ਨਸਮੈਨ ਬੰਦੇ ਆ ਜੀ। ਅਸੀਂ ਸਾਡਾ ਕਿਉਂਕਿ ਅਸੀਂ ਵੰਡ ਬਾਤ ਉਹੀ ਤਾਂ ਗੱਲ ਦੱਸ ਸੀਗਾ। ਇਹ ਮੇਰਾ ਛੋਟਾ ਭਾਈ ਉੱਥੇ ਠੰਡੇ ਦੀ ਪੇਟੀ ਲੈਣ ਗਿਆ ਸੀਗਾ। ਸਾਡੇ ਘਰੇ ਅੱਜ ਬੱਚੇ ਦਾ ਫੰਕਸ਼ਨ ਸੀਗਾ, ਜਨਮ ਦਿਨ ਸੀਗਾ। ਉੱਥੇ ਦੁਕਾਨ ਤੋਂ ਖਿੱਚ ਕੇ ਲੈ ਗਿਆ ਸੀਗਾ ਇਹ। ਖਿੱਚ ਕੇ ਉਹਨੂੰ ਸੜਕ 'ਤੇ ਲੈ ਗਿਆ। ਇਹਨੇ ਕਿਹਾ ਵੀ ਜੋ ਰਾਤ ਗੱਲ ਨਾ ਤਾਂ ਖਤਮ ਹੋ ਗਈ ਇਹ, ਆਪਾਂ ਨੇ ਗੱਲ ਕਿਉਂ ਕਰਨੀ ਦੁਬਾਰਾ ਇਹ? ਉਹ ਕਹਿੰਦੇ ਨਹੀਂ ਇਹ ਤਾਂ ਕੁੱਟਣਾ ਹੀ ਕੁੱਟਣਾ। ਇਹਨੇ ਫੋਨ ਕਰਕੇ ਐਟ ਏ ਟਾਈਮ ਉੱਥੇ ਸੁਖਦੇਵ ਸਿੰਘ ਪੰਚ ਨੂੰ ਬੁਲਾਇਆ ਇਹਨਾਂ ਨੇ, ਔਰ ਇੰਦਰਜੀਤ ਨੂੰ ਬੁਲਾ ਲਿਆ ਜੀ, ਇਹਨੂੰ ਹਰਸਿਮਰਤ ਸਿੰਘ ਆ ਜਿਹੜਾ ਜੀ। ਹਾਂ ਨਿਹੰਗ ਜੀ, ਇਹਨੂੰ ਬੁਲਾ ਲਿਆ ਜੀ ਉੱਥੇ। ਗੱਲ ਕੀ ਹਰਸਿਮਰਤ ਨਾਲ ਤਾਂ ਸਾਡੀ ਕੋਈ ਇੱਕ ਵੀ ਬੰਦਾ ਯਾਦ ਵੀ ਕੋਈ ਲੜਾਈ ਆ ਦੁਸ਼ਮਣੀ ਕੋਈ ਵੀ। ਇਹਨਾਂ ਨੇ ਫੋਨ ਕਰਕੇ ਪਹਿਲਾਂ ਤੇ ਉਹਨਾਂ ਨਾਲ ਤਿਆਰੀ ਕਰਕੇ ਰੱਖੀ ਸੀਗੀ। ਜਦੋਂ ਤੁਸੀਂ ਦੱਸਿਆ ਕਿ ਤੁਹਾਡੇ ਤੇ ਵਾਰ ਕੀਤੇ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ, ਕੀ ਕਾਰਵਾਈ ਦੀ ਕੀ ਮੰਗ ਕਰਦੇ ਹੋ? ਕਾਰਵਾਈ ਸਾਨੂੰ ਨਿਆਂ ਦਵਾ ਜਾਵੇ ਜੀ। ਸਾਡੇ ਨਾਲ ਸਿਰਾਂ ਨੂੰ ਧੱਕਾ ਹੋ ਰਿਹਾ ਜੀ। ਇੱਕ ਤਾਂ ਸਾਨੂੰ ਮਾਰ ਲਿਆ ਜੀ, ਕੁੱਟ ਲਿਆ, ਉੱਪਰ ਬੇਅਦਬੀ ਦੇ ਦੋਸ਼ ਲਾ ਰਹੇ, ਸਭ ਕੁਝ ਸਾਡੇ ਵੱਲ ਆ ਰਿਹਾ ਜੀ। ਹਾਂ ਸਾਨੂੰ ਆਪਣੀ ਜਾਨ ਦੇ ਖਤਰਾ, ਸਾਨੂੰ ਤਾਂ ਪਿੰਡ ਮਾਰਿਆ ਨਾ ਦੋ ਹੋ ਗਿਆ ਵੀ ਇਹ ਤਾਂ ਹੁਣ। ਤੁਹਾਡੇ ਮੁਤਾਬਕ ਲੱਗਦਾ ਕਿ ਧਾਰਮਿਕ ਜਿਹੜਾ ਰੰਗ ਦਿੱਤਾ ਜਾ ਰਿਹਾ ਇਸ ਨੂੰ? ਇਹ ਜਾਣ ਕੇ ਦਿਆ ਜਾ ਰਿਹਾ, ਕੋਈ ਇਹਨਾਂ ਕੋਲ ਇਸ਼ੂ ਨਹੀਂ ਹੈ ਜੀ ਕੋਈ ਹੋਰ। ਇਹਨਾਂ ਕੋਲ ਕੋਈ ਹੋਰ ਗੱਲ ਇਸ਼ੂ ਨਹੀਂ ਦੇ ਵਿੱਚ ਜਿੱਥੇ ਲੜਾਈ ਹੋਈ ਹੈ ਕੋਈ ਸੀਸੀਟੀਵੀ ਕੈਮਰੇ ਜਾਂ ਕੋਈ ਵੀਡੀਓ ਵਗੈਰਾ ਤੁਹਾਡੇ ਕੋਲ ਹੈ ਕਿ ਜਿਹਦੇ ਨਾਲ ਤੁਸੀਂ ਉੱਥੇ ਦੀ ਮੇਰੀ ਨੌਲੇਜ ਵਿੱਚ ਕੋਈ ਨਹੀਂ ਹੈ ਜੀ ਵੀ ਉੱਥੇ ਲੱਗਿਆ ਵਾ ਨਹੀਂ ਲੱਗਿਆ ਵੀ ਮੇਰੀ ਨੌਲੇਜ ਨਹੀਂ ਉੱਥੇ ਜੀ। ਹਾਂ ਵੀ ਜਿੱਥੇ ਤੱਕ ਮੈਂ ਉੱਥੇ ਦੇਖਿਆ ਨਹੀਂ ਜੀ ਵੀ ਕੈਮਰੇ ਕੂਮਰੇ ਉੱਥੇ ਲੱਗੇ, ਕਿਉਂਕਿ ਉੱਥੇ ਦੁਕਾਨ ਸੀਗੀ ਜੀ ਇੱਕ, ਦੁਕਾਨ ਦੇ ਵਿੱਚ ਉੱਥੇ ਲੜਾਈ ਹੋਈ। ਦੁਕਾਨ ਦੇ ਵਿੱਚ ਖਿੱਚ ਕੇ ਲਿਆਂਦੇ ਸਮਾਨ ਖਰੀਦਦੇ ਸੀਗੇ ਜੀ। ਹਾਂ ਉੱਥੇ ਖਿੱਚ ਕੇ ਲਿਆ ਜੀ। ਦੂਜੀ ਧਿਰ ਵੀ ਸਾਡੇ ਨਾਲ ਹੈ ਜਿਹੜੇ ਲੜਾਈ ਦੇ ਵਿੱਚ ਸ਼ਾਮਲ ਸੀ। ਗੱਲਬਾਤ ਕਰਦੇ ਹਾਂ ਬਾਈ ਜੀ। ਇਹ ਤੁਹਾਡੇ ਵੱਲੋਂ ਇਹ ਦੋਸ਼ ਲਾਇਆ ਗਿਆ ਇੱਕ ਇੰਟਰਵਿਊ ਦੇ ਵਿੱਚ, ਕਹਿੰਦੇ ਕਿ ਸਾਡੀ ਦਸਤਾਰ ਲਾਈ ਗਈ ਹੈ, ਵਾਲ ਪੁੱਟੇ ਗਏ ਨੇ, 295 ਤੁਹਾਡੇ ਵੱਲੋਂ ਕਿਹਾ ਹੀ ਲੱਗਣੀ ਚਾਹੀਦੀ ਹੈ, ਪਰ ਕਿੰਨੀ ਸੱਚਾਈ ਹੈ? ਬਾਕੀ ਦਸਤਾਰ ਲਾਈ ਗਈ ਹੈ ਜਾਂ ਫਿਰ ਜਾਣਬੁੱਝ ਕੇ ਧਾਰਮਿਕ ਮੁੱਦਾ ਬਣਾਇਆ ਜਾ ਰਿਹਾ ਹੈ? ਜੇ ਲਾਈਏ ਤਾਂ ਹੀ ਕਿਹਾ ਨਾ ਅਸੀਂ। ਜੇ ਅਸੀਂ ਨਹੀਂ ਲਾਉਂਦੇ ਅਸੀਂ ਨਹੀਂ ਕਹਿੰਦੇ। ਉਹਨਾਂ ਦਾ ਲਾਈਏ ਤਾਂ ਹੀ ਅਸੀਂ ਬੋਲੇ ਨਾ ਵੀ ਹਾਂ ਸਾਡੀ ਦਸਤਾਰ ਲਾਈ ਗਈ ਹੈ। ਸਾਨੂੰ ਦੁੱਖ ਹੋਇਆ ਉਸ ਚੀਜ਼ ਦਾ, ਤਾਂ ਅਸੀਂ ਤਾਂ ਹੀ ਬੋਲੇ ਹਾਂ ਉਸ ਚੀਜ਼ ਬਾਰੇ। ਅੱਛਾ, ਪਹਿਲਾਂ ਜਿਹੜੀ ਤੁਸੀਂ ਦੱਸ ਰਹੇ ਨੇ ਕਿ ਹੋਟਲ ਦੇ ਵਿੱਚ ਲੜਾਈ ਹੋਈ ਹੈ ਜਿੱਥੇ ਤੁਸੀਂ ਜਨਮ ਦਿਨ ਮਨਾਉਣ ਗਏ ਸੀ, ਦੱਸਿਆ ਜਾ ਰਿਹਾ ਸੀ ਕਿ ਉੱਥੇ ਪਹਿਲਾਂ ਤੁਹਾਡੇ ਵੱਲੋਂ ਪਹਿਲ ਕੀਤੀ ਗਈ ਸੀ, ਉਹਨਾਂ ਵੱਲੋਂ ਪਹਿਲ ਕੀਤੀ ਗਈ ਸੀ? ਨਹੀਂ, ਅਸੀਂ ਅੰਦਰ ਭੰਗੜਾ ਪਾ ਰਹੇ ਸਾਰੇ ਜਣੇ, ਉਹ ਵੀ ਨਾਲੇ ਸੀ ਸਾਰੇ, ਮਤਲਬ ਜਿਹਦੇ ਨਾਲ ਲੜਾਈ ਹੋਈ ਉਹ ਵੀ ਬੰਦਾ ਨਾਲੇ ਸੀ। ਬਸ ਉਹ ਬੰਦੇ ਨੂੰ ਥੋੜ੍ਹਾ ਟੱਚ ਹੋਇਆ ਹੈ, ਠੀਕ ਹੈ, ਹੋਰ ਕੁਝ ਨਹੀਂ ਹੋਇਆ ਨਾ। ਮੈਂ ਉਹਨੂੰ ਕੁਝ ਕਹਿਣਾ ਉਹ ਇੱਦਾਂ ਹੋਇਆ। ਬਸ ਉਤੋਂ ਮੈਂ ਥੋੜ੍ਹੀ ਹੋਈ ਅੰਦਰ ਹੋਈ ਹੈ, ਅਤੇ ਉਸ ਤੋਂ ਬਾਅਦ ਅਸੀਂ ਬਾਹਰ ਆ ਗਏ। ਠੀਕ ਹੈ, ਬਾਹਰ ਬਸ ਮੇਰੇ ਨਾਲ ਦੇ ਦੋ ਮੁੰਡੇ ਸੀ ਉਹ ਬਾਥਰੂਮ ਕਰਨ ਚਲੇ ਗਏ, ਅਤੇ ਮੈਂ ਇਕੱਲਾ ਬਾਹਰ ਖੜ੍ਹ ਗਿਆ ਆ ਕੇ। ਉਸ ਤੋਂ ਬਾਅਦ ਇਹ ਉੱਥੇ ਖੜ੍ਹੇ 4-5 ਜਣੇ ਉੱਥੇ, ਇਹਨਾਂ ਨੇ ਮੈਨੂੰ ਬੁਲਾ ਲਿਆ ਅਤੇ ਮੇਰੇ ਸਿਰ 'ਤੇ ਪਤਾ ਨਹੀਂ ਸਿਰ 'ਤੇ ਥੱਲੇ ਫੜ ਕੇ ਥੱਲੇ ਗੇਰ ਲਿਆ ਅਤੇ ਮੇਰੀ ਪੱਗ ਲਾਤੀ ਉੱਪਰੋਂ। ਠੀਕ ਹੈ, ਉੱਥੇ ਮੈਨੂੰ ਕੁੱਟਿਆ ਇਹਨਾਂ ਨੇ। ਅੱਛਾ, ਪੱਗ ਦੀ ਜਿਹੜੀ ਗੱਲ ਹੈ ਕਿ ਜਿਸ ਤਰੀਕੇ ਨਾਲ ਲੜਾਈ ਆਪਸੀ ਦੋਨਾਂ ਦੀ ਹੋਈ ਹੈ, ਤਾਂ ਉਸ ਤੋਂ ਬਾਅਦ ਇੱਕ ਲੜਾਈ ਝਗੜੇ ਦੇ ਵਿੱਚ ਪੱਗ ਉਤਰੀ ਹੈ ਜਾਂ ਫਿਰ ਜਾਣ ਬੁੱਝ ਕੇ ਤੁਹਾਨੂੰ ਇੱਕ ਨਿਸ਼ਾਨਾ ਬਣਾਇਆ ਗਿਆ ਤੁਹਾਡੀ ਪੱਗ ਨੂੰ ਕਿ ਹਾਂ ਪੱਗੇ ਤੁਹਾਡੀ ਲਾਉਣੀ ਹੈ, ਉਸ ਤੋਂ ਬਾਅਦ ਬਾਕੀ ਹੋਰ ਕੋਈ ਉਹਨਾਂ ਨੇ ਸੱਟ ਪੇਟ ਨਹੀਂ ਮਾਰੀ? ਸ਼ਾਇਦ ਅਸੀਂ ਸੋਚ ਕੇ ਆਏ ਹੁਣ ਵੀ ਇਹ ਬੰਦੇ ਨੂੰ ਅਸੀਂ ਇੱਦਾਂ ਹੀ ਕਰਨਾ ਹੈ, ਜਾਂ ਪੁਰਾਣੀ ਕੋਈ ਗੱਲ ਹੋਵੇ, ਉਹ ਮੈਨੂੰ ਉਹਦੇ ਬਾਰੇ ਨਹੀਂ ਪਤਾ। ਬਟ ਇਹਨਾਂ ਨੇ ਮੈਨੂੰ ਉੱਥੇ ਬੁਲਾ ਕੇ ਮੇਰੀ ਪਹਿਲਾਂ ਪੱਗੇ ਲਾਈ ਔਰ ਕੁਝ ਨਹੀਂ ਕੀਤਾ। ਅੱਛਾ, ਪਹਿਲਾਂ ਵੀ ਇਹਨਾਂ ਬੰਦਿਆਂ ਨੇ ਜਿਹੜੇ ਬੰਦਿਆਂ 'ਤੇ ਤੁਸੀਂ ਦੋਸ਼ ਲਾ ਰਹੇ ਹੋ ਕਿ ਪਹਿਲਾਂ ਵੀ ਇੱਦਾਂ ਦੇ ਕੋਈ ਕੰਮ ਕੀਤੇ ਨੇ, ਕੋਈ ਲੜਾਈ ਝਗੜਾ ਕੀਤਾ ਹੋਏ ਜਾਂ ਇਹਨਾਂ ਦਾ ਕੋਈ ਨਾਮ ਵੱਜਦਾ ਹੋਏ ਜਾਂ ਕੋਈ ਦਸਤਾਰਾਂ ਲਾਈਆਂ ਹੋਣ ਇਹਨਾਂ ਨੇ? ਪਹਿਲਾਂ ਮੇਰੇ ਨਾਲ ਕੋਈ ਇੱਦਾਂ ਨਹੀਂ ਸੀ ਇਹਨਾਂ ਦਾ, ਬਟ ਆ ਪਾਰਟੀ ਵਿੱਚ ਹੋਇਆ ਮੇਰੇ ਨਾਲ ਬਸ ਪਹਿਲੀ ਵਾਰੀ ਇੱਦਾਂ। ਆਪਸੀ ਤੁਹਾਡੀ ਕੋਈ ਰੰਜਿਸ਼ ਨਹੀਂ? ਤੇ ਹੁਣ ਕੀ ਤੁਸੀਂ ਕਾਰਵਾਈ ਕੀ ਮੰਗਦੇ ਹੋ? ਬਸ ਜੇ ਜੋ ਮੇਰੇ ਨਾਲ ਹੋਇਆ ਹੈ ਉਹ ਮਤਲਬ ਮੈਨੂੰ ਉਹਦਾ ਇਨਸਾਫ ਚਾਹੀਦਾ ਬਸ। ਇਨਸਾਫ ਚਾਹੀਦਾ? ਹਾਂਜੀ। ਉਸੇ ਲੜਾਈ ਝਗੜੇ ਦੇ ਵਿੱਚ ਇੱਕ ਹੋਰ ਇਨਸਾਨ ਸੀ ਬਾਈ ਜੀ, ਮਾਮਲਾ ਦਸਤਾਰ ਤੱਕ ਪਹੁੰਚ ਗਿਆ। ਕਹਿੰਦਾ ਧਾਰਮਿਕ ਰੰਗਤ ਤੁਹਾਡੇ ਦੋਸ਼ ਲੱਗ ਰਹੇ ਨੇ, ਪਿੰਡ ਵਾਲੇ ਅੱਜ ਇਕੱਠੇ ਹੋਏ ਸੀ, ਕਹਿੰਦਾ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ। ਠੀਕ ਹੈ, ਲੜਾਈ ਹੋਈ ਹੈ, ਕਹਿੰਦਾ ਕਿ ਦਸਤਾਰ ਦਾ ਮਾਮਲਾ ਜਾਣਬੁੱਝ ਕੇ ਬਣਾਇਆ ਜਾ ਰਿਹਾ ਹੈ। ਭਾਜੀ ਦੇਖੋ, ਮੈਨੂੰ ਨਹੀਂ ਪਤਾ ਇਹਨਾਂ ਦੀ ਰਾਤ ਕੀ ਲੜਾਈ ਹੋਈ ਕੀ ਨਹੀਂ ਹੋਏ, ਪਰ ਸਵੇਰੇ ਮੁੰਡਾ ਇਹਨਾਂ ਦੀ ਜੋ ਰਾਤ ਹੋਈ ਇਹਨਾਂ ਦੀ ਨਿਬੜ ਗਈ ਜੀ ਉੱਥੇ। ਅਤੇ ਸਵੇਰ ਟਾਈਮ ਇਹ ਮੁੰਡਾ ਜੀ ਆਪਣੀ ਦੁਕਾਨ 'ਤੇ ਜਾ ਰਿਹਾ ਜੀ, ਇਹਦੀ ਪਿੰਡ ਦੁਕਾਨ ਹੈ। ਇਹ ਆਪਣੀ ਦੁਕਾਨ 'ਤੇ ਜਾ ਰਿਹਾ ਸੀ ਅਤੇ ਰਾਸਤੇ ਵਿੱਚ ਉਹਨਾਂ ਨੇ ਆ ਕੇ ਇਹਨੂੰ ਦੁਬਾਰਾ ਘੇਰ ਲਿਆ ਜੀ।
ਤੇ ਕਹਿੰਦੇ ਹਾਂ ਵੀ ਤੈਨੂੰ ਦੇਖਣਾ ਏ ਵੀ ਰਾਤ ਨੂੰ ਵੀ ਅਸੀਂ ਕਹਿਦਾ ਤੈਨੂੰ ਦੇਖਣਾ ਏ, ਤੈਨੂੰ ਪਿੰਡ ਨਹੀਂ ਵੜਨ ਦੇਣਾ। ਇਹ ਮੁੰਡੇ ਨੇ ਐਦਾਂ ਉਹਨਾਂ ਨੂੰ ਕਿਹਾ, ਕਹਿੰਦਾ ਵੀ ਯਾਰ ਰਾਤ ਨਿਬੜਦਾ ਗਈ ਵੀ ਤੁਸੀਂ ਕਾਹਨੂੰ ਅੱਗਾ ਵਾਧਾ ਵਧਾ ਰਹੇ ਆ। ਅੱਛਾ, ਤੁਸੀਂ ਕਿੰਨੇ ਸੀ? ਅਸੀਂ ਤਾਂ 2-3 ਜਣੇ ਤਾਂ ਛਡਾਣੇ ਗਏ ਤੇ ਜੀ ਉੱਥੇ, ਜਾਨੂੰ ਪੰਚ ਸਾਹਿਬ ਆਏ, ਪੰਚ ਸਾਹਿਬ ਆ ਕੇ ਪੰਚ ਸਾਹਿਬ ਵੀ ਲੱਗੇ ਛਡਾਣ ਵੀ ਤੁਸੀਂ ਕਾਹਨੂੰ ਲੜਦੇ ਵੀ ਰਹਿਣ ਦੋ। ਪੰਚ ਸਾਹਿਬ ਦੀ ਪੱਗ ਨੂੰ ਹੱਥ ਲੱਗੇ ਤੇ ਜੀ ਪਾਉਣ ਉਹ, ਮਤਲਬ ਕਿ ਪੱਗਾਂ ਦੀ ਲੜਾਈ ਚੱਲ ਰਹੀ ਸੀ ਉੱਥੇ ਤਾਂ ਉਹ ਤਾਂ ਕੱਲੇ ਦੀ ਪੱਗ ਨੂੰ ਹੱਥ ਪਾ ਰਹੇ ਤੇ ਜੀ। ਫਿਰ ਹੁਣ ਉੱਤੇ ਫਿਰ ਹੱਥੋਂ ਪਾਈ ਲੱਗ ਗਏ ਜੀ। ਹੁਣ ਸਾਡੇ ਨਾਲ ਉਹ ਬਣਦੀ ਕਾਰਵਾਈ। ਇਹ ਵੀ ਤੁਹਾਡੇ ਤੇ ਦੋਸ਼ ਲਾਈ ਜਾ ਰਹੇ ਨੇ, ਕਹਿੰਦਾ ਕਿ ਪਹਿਲਾਂ ਵੀ ਲੜਾਈ ਝਗੜਿਆਂ ਦੇ ਵਿੱਚ ਕਹਿੰਦਾ ਕਿ ਨਿਹੰਗ ਸਿੰਘ ਸ਼ਾਮਲ ਸੀ, ਕੋਈ ਇਦਾਂ ਸੱਚਾਈ ਹੈ? ਬਿਲਕੁਲ ਦੇਖੋ ਜਿਹੜੇ ਝਗੜੇ ਮੈਂ ਤੁਸੀਂ ਥਾਣੇ ਵਿੱਚ ਜਾ ਕੇ ਦੇਖ ਲਓ, ਮੇਰੇ ਨਾਂ ਤੇ ਕੋਈ ਪਰਚਾ ਨਹੀਂ ਜੀ ਹੈ, ਕੋਈ ਕੁਝ ਨਹੀਂ ਜੀ ਹੈ। ਸਗੋਂ ਥਾਣੇ ਵਿੱਚ ਜਾ ਕੇ ਇਹ ਪੁੱਛੋ ਸੀ ਜਿੰਨੇ ਪਿੰਡ ਵਿੱਚ ਕੋਈ ਚਿੱਟਾ ਵੇਚਣ ਵਾਲਾ ਤਾਂ ਗੋਲੀਆਂ ਵੇਚਣ ਵਾਲਾ ਤਾਂ ਜੀ ਅਸੀਂ ਉਹ ਲੋਕਾਂ ਨੂੰ ਹਟਾਏ। ਬਹੁਤ ਮੁੰਡੇ ਨਸ਼ੇ ਛੱਡ ਕੇ, ਬਹੁਤ ਮੁੰਡੇ ਆਪਣੇ ਉਹਨਾਂ ਦੇ ਘਰਾਂ ਜਾ ਕੇ ਪਰਿਵਾਰਾਂ ਨਾਲ ਗੱਲਾਂ ਕਰਕੇ ਦੇਖੋ ਜੀ ਜਾ ਕੇ ਤੁਸੀਂ ਵੀ ਉਹ ਸੁਧਰੇ ਕਿ ਨਹੀਂ ਸੁਧਰੇ। ਅਸੀਂ ਤਾਂ ਇਹ ਗੱਲਾਂ ਵਿੱਚ ਰਹੇ ਜੀ। ਉਹ ਤਾਂ ਹੁਣ ਇਹ ਵੀ ਕਿਹਾ ਜਾ ਰਿਹਾ, ਕਹਿੰਦਾ ਕਿ ਜਦੋਂ ਪਾਰਟੀ ਦੇ ਵਿੱਚ ਗਏ ਸੀ, ਕਹਿੰਦਾ ਜਿਹੜੀ ਦਸਤਾਰਾਂ ਦੀ ਉਹ ਗੱਲ ਕਰ ਰਹੇ, ਕਹਿੰਦਾ ਅਸੀਂ ਵੀ ਸਤਿਕਾਰ ਕਰਦੇ ਹਾਂ, ਪਰ ਦਸਤਾਰ ਬੰਨਣੇ ਤੋਂ ਬਾਅਦ ਵੀ ਕਹਿੰਦਾ ਉੱਥੇ ਸ਼ਰਾਬ ਵੀ ਪੀ ਹੈ, ਕਹਿੰਦਾ ਜਨਮ ਦਿਨ ਤੇ। ਉਹ ਦੇਖ ਮੈਂ ਤਾਂ ਜੀ ਉੱਥੇ ਹੈ ਨਹੀਂ ਤਾਂ ਜੀ ਜਿਹੜੀ ਜਨਮ ਦਿਨ ਦੀ ਪਾਰਟੀ ਦੀ, ਮੈਂ ਤਾਂ ਜੀ ਆਪਣੇ ਡੰਗਰਾਂ ਜੋਗੇ ਪੱਠੇ ਲੈ ਕੇ ਆ ਰਹੇ ਸੀ ਜੀ ਵੱਢ ਕੇ। ਮੈਂ ਦੇਖਿਆ ਯਾਰ ਮਹੱਲੇ ਦੇ ਮੁੰਡੇ ਲੜ ਰਹੇ, ਮੈਂ ਛਡਾ ਦੇਵਾਂ ਜਾ ਕੇ। ਮੈਂ ਤਾਂ ਹਲੇ ਛਡਾਉਂਦਾ ਹੀ ਰਹਿ ਗਿਆ ਜੀ। ਮੇਰੇ ਤਾਂ ਪਿੱਛਾਂ ਦੇ ਉਹਨੇ ਇੱਥੇ ਮਾਰੇ ਜੀ ਮੇਰੀ ਧੌਣ ਤੇ, ਪਿੱਛੇ ਧੱਕਾ ਜੀ ਮੇਰੀ। ਪਹਿਲਾਂ ਵੀ ਕੋਈ ਆਪਸੀ ਰੰਜਿਸ਼ ਸੀ ਤੁਹਾਡੀ? ਨਾ ਜੀ, ਇੱਕੋ ਮਹੱਲੇ ਦੇ ਮੁੰਡੇ ਜੀ ਤਾਂ ਮਿਲਦੇ ਵਰਤਦੇ ਜੀ ਸਭ ਕੁਝ ਜੀ। ਸਾਡੇ ਤਾਂ ਕੋਈ ਆਪਸੀ ਇਹ ਮੁੱਦਾ ਸੁਲਝਿਆ ਕਿਵੇਂ? ਦੇਖੋ ਪਿੰਡ ਦੇ ਵਿੱਚ ਹੁਣ 2 ਤਕਰਾਰਾਂ ਬਣੀਆਂ, ਹਿੰਦੂ ਸਿੱਖ ਬਣਿਆ ਹੋਇਆ ਹੈ, ਤਾਂ ਇਸ ਦੇ ਵਿੱਚ ਕੀ ਮਾਹੌਲ ਵਿਗੜਦਾ ਜਾ ਰਿਹਾ ਹੈ, ਤਾਂ ਤੁਸੀਂ ਕੀ ਚਾਹੁੰਦੇ ਹੋ ਕਿ ਕਿਸ ਤਰੀਕੇ ਨਾਲ ਫੈਸਲਾ ਹੋਣਾ ਚਾਹੀਦਾ ਹੈ? ਦੇਖੋ ਜੀ ਅਸੀਂ ਤਾਂ ਇਹ ਚਾਹੁੰਦੇ ਵੀ ਗੱਲ ਵੀ ਚਲੋ ਜੋ ਹੋ ਲਿਆ ਹਵਾਲਾ ਹੈ ਛੱਡੋ, ਪਰ ਹੁਣ ਜਿੱਦਾਂ ਉਹ ਚੱਲਦੇ ਹੋਣਗੇ ਜੀ ਫਿਰ ਹੁਣ ਉਹਦਾ ਫੈਸਲਾ ਚਾਹੁੰਦੇ ਹੋ? ਅਸੀਂ ਤਾਂ ਕਹਿੰਦੇ ਵੀ ਨਿਬੜ ਵੀ ਗੱਲ ਨਿਬੜ ਜਵੇ ਤਾਂ ਚੰਗੀ ਗੱਲ ਹੈ ਜੀ। ਕਾਹਨੂੰ ਵਾਧਾ ਵਧਾਉਣਾ ਪਿੰਡ ਦਾ ਮਸਲਾ? ਸਿੱਖਾਂ ਆ ਹਿੰਦੂਆਂ ਦਾ ਇਹ ਮੁੱਦਾ ਬਣੇ ਨਾ, ਅਸੀਂ ਨਹੀਂ ਚਾਹੁੰਦੇ। ਪਰ ਸਾਡੀ ਜਿਹੜੀ ਬੇਅਦਬੀ ਹੋਈ ਹੈ ਜੀ ਦਸਤਾਰਾਂ ਦੀ, ਹੁਣ ਉਹ ਗੱਲ ਦਾ ਵੀ ਦੁੱਖ ਹੈ ਜੀ। ਹੁਣ ਅਸੀਂ ਕਿੱਥੇ ਨੂੰ ਜਾਈਏ? ਅਸੀਂ ਤਾਂ ਹੁਣ ਇਸ ਗੱਲ ਦਾ ਵੀ ਇਸ ਤਾਂ ਇਨਸਾਫ ਲੈਣਾ ਹੀ ਹੈ ਜੀ। ਠੀਕ ਹੈ, ਬਿਲਕੁਲ। ਤੁਸੀਂ ਦੇਖੋ ਕਿ ਪਿੰਡ ਦਾ ਮਾਹੌਲ ਖਰਾਬ ਨਾ ਹੋਏ, ਇਸ ਨੂੰ ਲੈ ਕੇ ਫਿਰ ਵੀ ਦੇਖੋ ਸਮਝਦਾਰੀ ਵਾਲੀ ਗੱਲ ਹੈ ਕਿ ਪਿੰਡ ਦੇ ਵਿੱਚ ਆਪਸੀ ਜਿਹੜਾ ਪਿਆਰ ਰਹਿਣਾ ਚਾਹੀਦਾ ਹੈ। ਫੈਸਲੇ ਕਰਨ ਵਾਸਤੇ ਇੱਕ ਧਿਰ ਮੰਨੀ ਹੋਈ ਹੈ, ਦੂਜੀ ਧਿਰ ਵੀ ਜਿਹੜਾ ਜਿਸ ਤਰੀਕੇ ਨਾਲ ਇਹਨਾਂ ਨੇ ਦੱਸਿਆ ਕਿ ਦੋਸ਼ ਉਹਨਾਂ ਨੇ ਦੱਸਿਆ ਕਿ ਝੂਠੇ ਲਗਾਏ ਗਏ ਨੇ। ਤੇ ਬਾਈ ਜੀ ਜਦੋਂ ਜਨਮ ਦਿਨ ਤੇ ਗਏ ਸੀ ਇਹ ਵੀ ਦੋਸ਼ ਲਗਾਇਆ ਜਾ ਰਿਹਾ, ਕਹਿੰਦਾ ਕਿ ਸ਼ਰਾਬ ਵਗੈਰਾ ਵੀ ਤੁਸੀਂ ਪੀਏ ਨਾਲ। ਸ਼ਰਾਬ ਤਾਂ ਉਹਨਾਂ ਨੇ ਪੀਤੀ ਹੋਈ ਸੀ, ਉਹ ਕਿਹੜਾ ਸੱਚੇ? ਉਹਨਾਂ ਨੇ ਵੀ ਸ਼ਰਾਬ ਪੀਤੀ ਹੋਈ ਸੀ, ਉਹ ਕਿਹੜਾ ਸ਼ੋਫੀ ਸੀ ਉੱਥੇ? ਹਾਂਜੀ। ਉਹ ਕਹਿੰਦਾ ਦਸਤਾਰ ਦਾ ਕਹਿੰਦਾ ਜਿਹੜਾ ਮੁੱਦਾ ਬਣਾਇਆ ਜਾ ਰਿਹਾ, ਕਹਿੰਦਾ ਕਿ ਸ਼ਰਾਬ ਪੀ ਕੇ ਜਾਣ ਬੁੱਝ ਕੇ ਕਹਿੰਦਾ ਦਸਤਾਰ ਦਾ ਮੁੱਦਾ ਬਣਾਇਆ। ਇੱਦਾਂ ਦਾ ਕੋਈ ਗੱਲ ਹੀ ਨਹੀਂ ਹੋਈ। ਇੱਦਾਂ ਸ਼ਰਾਬ ਤਾਂ ਉਹਨਾਂ ਨੇ ਪੀਤੀ ਹੋਈ ਸੀ। ਅਸੀਂ ਤਾਂ ਮੈਂ ਤਾਂ ਉੱਥੇ ਪਾਰਟੀ ਨੂੰ ਪੁੱਜੀ ਨੂੰ ਮਜਬੂਰ, ਸ਼ਰਾਬ ਤਾਂ ਉਹਨਾਂ ਨੇ ਬਰਾਬਰ ਪੀਤੀ ਹੋਈ ਸੀ। ਉਸ ਨੂੰ ਲੈ ਕੇ ਪੂਰਾ ਖਿਦਰਾਬਾਦ ਦੇ ਲੋਕ ਜਿਹੜੇ ਇਕੱਠੇ ਹੋਏ ਨੇ, ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਜਿਹੜੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਧਾਰਮਿਕ ਮੁੱਦਾ ਨਾ ਬਣਾਇਆ ਜਾਵੇ। ਠੀਕ ਹੈ, ਲੜਾਈ ਝਗੜਾ ਹੋਇਆ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਜੋ ਵੀ ਕਸੂਰਵਾਰ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸ ਨੂੰ ਲੈ ਕੇ ਪਿੰਡ ਨਿਵਾਸੀ ਇਕੱਠੇ ਹੋਏ ਨੇ ਆਵਾਜ਼ ਬੁਲੰਦ ਕਰਨ ਵਾਸਤੇ, ਸਰਕਾਰ ਤੱਕ ਤੇ ਨਾਲ ਪੁਲਿਸ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਉਣ ਵਾਸਤੇ ਜਿਹੜੀ ਗੱਲਬਾਤ ਕਰਦੇ ਆ ਕਿ ਮਾਮਲਾ ਕੀ ਹੈ, ਕਿਉਂ ਇੱਦਾਂ ਦਾ ਮਾਹੌਲ ਹੋ ਗਿਆ ਕਿ 2 ਧਿਰਾਂ ਆਮੋ ਸਾਹਮਣੇ ਹੋ ਗਈਆਂ ਨੇ। ਪਿੰਡ ਇੱਕ ਹੈ ਪਰ ਅੱਜ ਮਾਮਲਾ ਉਲਝਦਾ ਜਾ ਰਿਹਾ ਹੈ। ਤੇ ਕੁਸ਼ਲਪਾਲ ਜੀ, ਮਾਮਲਾ ਕਿਉਂ ਉਲਝਿਆ? ਲੜਾਈਆਂ ਦੱਸਿਆ ਜਾ ਰਿਹਾ ਕਿ ਦੋਨੇ ਧਿਰਾਂ ਦੇ ਵਿੱਚ ਹੋਈਆਂ ਨੇ, ਮੁੱਦਾ ਕੀ ਬਣ ਰਿਹਾ ਹੁਣ? ਪਹਿਲਾਂ ਜੀ ਚਲੋ ਮੈਂ ਤੁਹਾਡਾ ਧੰਨਵਾਦ ਕਰਦਾ ਜੀ, ਬਹੁਤ ਬਹੁਤ ਤੁਸੀਂ ਪਹੁੰਚੇ ਹੈ। ਤੇ ਮਸਲਾ ਇੱਕ ਕੋਈ ਬੜਾ ਵੱਡਾ ਨਹੀਂ ਹੈ, ਛੋਟਾ ਜਿਹਾ ਆਪਸੀ ਇਹਨਾਂ ਦੀ ਲੜਾਈ ਹੋਈ ਤੇ ਇੱਕ ਬਰਥਡੇ ਦੇ ਉੱਤੇ ਜਨਮ ਦਿਨ ਦੇ ਉੱਪਰ, ਤਾਂ ਉਹਨੂੰ ਕੁਛ ਬੰਦਿਆਂ ਨੇ ਬੜਾ ਤਗੜਾ ਰੰਜਸ ਕਰਕੇ ਪਹਿਲਾਂ ਰਾਤ ਨੂੰ ਨਵੀਨ ਮਸਲਾ ਨੂੰ ਕਾਲ ਕਰੀ ਗਈ 12 ਵਜੇ ਵੀ ਤੁਸੀਂ ਆਓ ਪਿੰਡ ਵੜੋ, ਸਾਨੂੰ ਪਿੰਡ ਅਸੀਂ ਕੁੱਟਾਂਗੇ, ਤੁਹਾਡੀ ਗੱਡੀ ਭੰਨਾਂਗੇ। ਅੱਛਾ। ਤੇ ਫਿਰ ਉਹਤੇ ਬਾਅਦ ਉਹ ਇਹਨਾਂ ਦੀ ਹੋਈ ਨਹੀਂ ਤੇ ਮਾਮਦੀਨ ਜੀ ਬੈਠੇ ਆ, ਇਹਨਾਂ ਨੇ ਸਮਝਾ ਸੂ ਕੇ ਚਲੋ ਘਰਾਂ ਬਾੜਤੇ ਇਹ। ਸਵੇਰੀ 10 ਵਜੇ ਨੀਤਨ ਬੰਸਲ ਜੀ ਉਹਨਾਂ ਦੇ ਬੇਟੇ ਦਾ ਅੱਜ ਜਨਮ ਦਿਨ ਸੀ ਤੇ ਉਹ ਸੌਦਾ ਲੈਣ ਗਏ ਆ ਉੱਥੇ ਦੁਕਾਨ ਤੇ ਉਹ ਪਤਾ ਨਹੀਂ ਪਹਿਲੇ ਉੱਥੇ ਇੱਕ ਬੰਦਾ ਖੜਿਆ ਸੀ ਉਹਨਾਂ ਦਾ, ਉਹਨਾਂ ਨੂੰ ਫੜ ਲਿਆ। ਤੇ ਉਸ ਨੀਤਨ ਬੰਸਲ ਜੀ ਨੇ ਸਾਨੂੰ ਵੀ ਫੋਨ ਕਰੇ ਐਟ ਏ ਟਾਈਮ ਵੀ ਵੀਰ ਜੀ ਮੇਰੀ ਲੜਾਈ ਹੋ ਗਈ ਆ। ਉਸ ਟਾਈਮ ਦੀ ਮੈਨੂੰ ਵੀ ਜਦ ਆਇਆ ਤਾਂ ਫੋਨ ਉਹਦਾ ਔਨ ਸੀ। ਫਿਰ ਉਹ ਗੁਰਵਿੰਦਰ ਗਿੰਦੇ ਨੂੰ ਕਹਿ ਰਿਹਾ ਵੀ ਗਿੰਦਾ ਜੋ ਰਾਤ ਹੋ ਗਿਆ, ਦੇਖੋ ਆਪਾਂ ਸਾਡੀ ਹੋਈ ਸੀ ਉਹਨਾਂ ਨਾਲ ਲੜਾਈ ਸੀ ਵੀ ਉਹਨੂੰ ਭੁੱਲ ਜਾਓ, ਆਪਾਂ ਲੜਾਈ ਨਹੀਂ ਕਰਨੀ। ਉਹ ਕਹਿੰਦੇ ਅਸੀਂ ਤੈਨੂੰ ਸੋਧਣਾ ਹੈ, ਮਾਰਨਾ ਹੈ। ਤੇ ਉਹ ਦੁਕਾਨ ਦੇ ਅੰਦਰ ਤੇ ਕੁੱਟ ਕੇ ਇਹਨਾਂ ਨੇ ਖਿੱਚ ਕੇ ਉਹਨੂੰ ਪਹਿਲਾਂ ਅੰਦਰ ਕੁੱਟਿਆ ਫਿਰ ਬਾਹਰ। ਉਹਦੇ ਮੌਕੇ ਤੇ ਸੁਖਦੇਵ ਸਿੰਘ ਜਿਹੜਾ ਪੰਚ ਹੈ ਉਹ ਆ ਗਿਆ, ਇੱਕ ਆਪਣਾ 2 ਬੰਦੇ ਹੋਰ ਉਹਨੇ ਨਾਲ ਦੇ ਉਹ ਆ ਗਏ। ਤੇ ਉਹਨਾਂ ਨੇ ਪਹਿਲਾਂ ਕਿਸੇ ਪੜੋਸੀ ਨੇ ਦੱਸਿਆ ਉਹਨੂੰ, ਆਪਣੇ ਭਰਾ ਨੂੰ ਨੀਤਨ ਦੇ ਬੰਸਲ ਨੂੰ, ਤੇ ਉਹ ਆਇਆ ਬੜਾ ਭਰਾ ਉਹਨਾਂ ਦਾ, ਉਹ ਵੀ ਬੁਰੀ ਤਰ੍ਹਾਂ ਉਹਨਾਂ ਨੂੰ ਕੁੱਟਿਆ ਗਿਆ ਉੱਥੇ 2 ਵਜੇ। ਉਹਨਾਂ ਸਿਰ ਵੀ ਪਾੜੇ ਗਏ, ਅੱਖ ਦੇ ਵੀ ਸੱਟ ਮਾਰੀ, ਹੱਥਾਂ ਦੇ ਵੀ ਮਾਰੀਆਂ ਉਹਨਾਂ ਦੀਆਂ ਚੰਗੀ ਤਰ੍ਹਾਂ ਕੁੱਟ ਕਟਾ ਕੇ। ਤੇ ਜੇ ਬਾਅਦ ਮਾ ਸਾਨੂੰ ਚਲੋ 2 ਧਿਰਾਂ ਜਾ ਕੇ ਉਹ ਆਪਣੀ ਇੱਕ 2 ਧਿਰ ਨਾਲ ਮਾਰ ਕੇ ਆਪਣਾ ਬਾਹਾਂ 'ਤੇ ਦਾਖਲ ਹੋ ਗਈ ਹੈ। ਇੱਕ ਪੰਜਾਬ ਦੇ ਅੰਦਰ ਬੜਾ ਗਲਤ ਇਹਨਾਂ ਨੇ ਮੁੱਦਾ ਧਰਮ ਦਾ ਠਾਲਿਆ, ਉਹਦੇ ਪਿੱਛੇ ਸਾਨੂੰ ਬਹੁਤ ਦੁੱਖ ਲੱਗਿਆ। ਇੱਕ ਸਾਡਾ ਪੂਰਾ ਸਾਂਝਾ ਭਾਈਚਾਰਾ ਹੈ, ਕੋਈ ਹਿੰਦੂ ਸਿੱਖ ਵਾਲਾ ਕੋਈ ਸਵਾਲ ਨਹੀਂ ਹੈ। ਔਰ ਸਰ ਧਰਮਾਂ ਸਭ ਜਾਤੀ ਸਤਿਕਾਰ ਕਰਦੀ ਹੈ। ਅਸਾਂ ਖੁਦ
ਜੇ ਸਾਡਾ ਕੋਈ ਵਿਆਹ ਹੁੰਦਾ ਏ ਕਿਆ ਖੜੀ ਮੱਝ ਸੁੰਦੀ ਹੈ ਪਹਿਲਾਂ ਬਲੋਇਆ ਸਾਡੇ ਦਮਸਮ ਗੁਰਦੁਆਰਾ ਜੋਰਾਵਰ ਚੜ੍ਹਦਾ ਏ ਅਸੀਂ ਪਹਿਲਾਂ ਸਤਿਕਾਰ ਕਰਦੇ ਆ ਸਾਡੇ ਬਜ਼ੁਰਗ ਕਰਦੇ ਆ ਸਾਡੇ ਅਸੀਂ ਅੱਜ ਵੀ ਕਰਦੇ ਆ ਪਰ ਉਹਨਾਂ ਨੇ ਐਡੀ ਮਾੜੀ ਗੱਲ ਕਹੀ ਹੈ ਵੀ ਸਾਡੀ ਦਸਤਾਰ ਔਰ ਸਾਡੀ ਦਾੜੀ ਭੰਨੀ ਹੈ ਵੀ ਆਪਣਾ ਪੱਟੀ ਹੈ ਢਾਈ ਹੈ ਵੀ ਉੱਥੇ ਪੈਰ ਮਾਰੇ ਗਏ ਮੈਂ ਪ੍ਰਮਾਤਮਾ ਦੇ ਤਾਂ ਤੇ ਖੜਿਆ ਏ ਇਹ ਬੇਨਤੀ ਕਰਦਾ ਜਿੰਨੀਆਂ ਸਿੱਖ ਜਥੇਬੰਦੀਆਂ ਹੈ ਸਾਡੀਆਂ ਹੱਥ ਜੋੜ ਕੇ ਉਹਨਾਂ ਨੂੰ ਵੀ ਉਹ ਆ ਕੇ ਪਿੰਡ ਦੇ ਅੰਦਰ ਇਨਕੁਆਇਰੀ ਕਰੇ ਫਿਰ ਇਹਨਾਂ ਦਾ ਕੋਈ ਸਾਥ ਦੇਵੇ ਵੀ ਬਾਕੀ ਇਹ ਹੋਇਆ ਏ ਤੇ ਜਿੰਨਾ ਸਾਡਾ ਪੁਲਿਸ ਪ੍ਰਸ਼ਾਸਨ ਹੋਰ ਪ੍ਰਸ਼ਾਸਨ ਹੈ ਉਹ ਵੀ ਇਨਕੁਆਇਰੀ ਕਰੇ ਇਹਨਾਂ ਦੇ ਖਿਲਾਫ ਆ ਕੇ ਹੈਗੀ ਹੈ ਮੈਨੂੰ ਤਾਂ ਬੜੇ ਕਹਿਣ ਤੇ ਵੀ ਵਾਰੀ ਸਿਆਸਤ ਧਰਮ ਦੇ ਵਿੱਚ ਵੀ ਇੱਕ ਆਪਾਂ ਉਹ ਕਰ ਰਹੇ ਸਿਆਸਤ ਬਣ ਰਿਹਾ ਤੇ ਧਰਮ ਦਾ ਇੱਕ ਨਾਂ ਲੈ ਰਹੇ ਆੜ ਲੈ ਰਹੇ ਆਪਾਂ ਮੈਂ ਤੁਹਾਡੇ ਜਰੀਏ ਕਹਿਣਾ ਚਾਹੁੰਦਾ ਏ ਜੇ ਉਹ ਕਹਿੰਦੇ ਚਾਰੇ ਸ਼ਖਸ ਵੀ ਸਾਡੀ ਬੇਅਦਬੀ ਕਰੀ ਹੈ ਸਤਾਰ ਲਾਈ ਹੈ ਤੇ ਬਾਲ ਪੱਟੇ ਗਏ ਹੈ ਉਹਨਾਂ ਦੇ ਚਾਰੇ ਕਬੀਲਦਾਰ ਬੰਦੇ ਹੈ ਗੁਰੂ ਗ੍ਰੰਥ ਸਾਹਿਬ ਦੇ ਜਾ ਕੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਨੇਮ ਚੱਕ ਕੇ ਕਹੇ ਵੀ ਹਾਂ ਸਾਡੇ ਵਾਕਈ ਉਹ ਕਰਿਆ ਤਾਂ ਅਸੀਂ ਜਿਹੜੇ ਦੋਏ ਸਾਡੇ ਨਵੀਨ ਬੰਸਲ ਤੇ ਨਿਤਨ ਬੰਸਲ ਜੀ ਹੈ ਜੋ ਪ੍ਰਸ਼ਾਸਨ ਜੋ ਬੰਦੇ ਕਹੋਗੇ ਆਪਾਂ ਉਹ ਸਜ਼ਾ ਭੁਗਤਣੇ ਨੂੰ ਤਿਆਰ ਹੈ। ਇਹ ਤੇ ਲੜਾਈ ਹੋਈ ਹੈ ਕੋਈ ਸੀਸੀਟੀਵੀ ਕੈਮਰੇ ਨਹੀਂ ਜਿਹਦੇ ਨਾਲ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਪਤਾ ਲੱਗ ਜਾਏ ਕੌਣ ਕਸੂਰਵਾਰ ਹੈ ਕਿ ਬਾਕੀ ਨਵੀਨ ਉਹਨੇ ਕਸੂਰਵਾਰ ਨੇ ਦੂਜੀ ਧਿਰ ਕਸੂਰਵਾਰ ਹੈ ਇਸ ਨੂੰ ਲੈ ਕੇ ਹੈ ਕੋਈ ਸੀਸੀਟੀਵੀ ਕੈਮਰੇ ਫੁਟੇਜ? ਉੱਥੇ ਕੁਦਰਤੀ ਗੱਲ ਕੈਮਰੇ ਹੈ ਨਹੀਂ ਸੀ ਜੇ ਕੈਮਰੇ ਹੁੰਦੇ ਫਿਰ ਤਾਂ ਸੱਚਾਈ ਸਭ ਦੇ ਸਾਹਮਣੇ ਆ ਜਾਣੀ ਸੀ ਇਹ ਸਾਡੇ ਲਾਲਾ ਜੀ ਖੜੇ ਨੇ ਇਹਨਾਂ ਦੀ ਦੁਕਾਨ ਤੀ ਉੱਥੇ ਤੇ ਇਹਨਾਂ ਦੀ ਉੱਥੇ ਮਿਸਜ ਤੇ ਇਹਨਾਂ ਦਾ ਬੇਟਾ ਉਹਨਾਂ ਦੇ ਸਾਹਮਣੇ ਹੋਇਆ ਤੇ ਇੱਕ ਦੋ ਦੁਕਾਨਦਾਰ ਹੋਰ ਵੀ ਸੀ ਉਹਨਾਂ ਦਾ ਕਈਆਂ ਮਾਰਨੇ ਤੱਕ ਗਏ ਹੈ ਇੱਕ ਲੇਡੀ ਸੀ ਉਹਨੇ ਕਈ ਸਮਾਂ ਫਕੜੀ ਹੈ ਵੀ ਕੋਈ ਗੱਲ ਨਹੀਂ ਵੜ ਦੋ ਦੇਖੀ ਜਾਵਾਂਗੇ ਅਸੀਂ ਜੋ ਹੋਊਗਾ ਬਾਅਦ ਵਿੱਚ ਸੁਖਦੇਵ ਸਿੰਘ ਪੰਚ ਦੇ ਇਹ ਬਿਆਨ ਹੈ ਵੀ ਇੱਕ ਵਾਰ ਤੁਸੀਂ ਵੜ ਦੋ ਆਪਾਂ ਦੇਖੀ ਜਾਵਾਂਗੇ ਜੋ ਹੋਊਗਾ ਪੰਚ ਦੇ ਬਿਆਨ ਹੈ ਜੀ ਅੱਛਾ ਇਹ ਪੰਚ ਦੇ ਬਿਆਨ ਆ ਉੱਥੇ ਦੇ ਤੇ ਬਿਲਕੁਲ ਤੁਸੀਂ ਦੇਖੋ ਜੀ ਮੌਕੇ ਤੇ ਜਿਹੜੀ ਦੁਕਾਨ ਤੇ ਜਿਹੜੀ ਤੇ ਲੜਾਈ ਹੋਈ ਹੈ ਉਸ ਮੌਕੇ ਤੇ ਦੁਕਾਨਦਾਰ ਤੋਂ ਹੀ ਪੁੱਛ ਲੈਂਦੇ ਆ ਕਿਉਂਕਿ ਮਾਮਲਾ ਸਾਹਮਣੇ ਆਉਣਾ ਚਾਹੀਦਾ ਜੋ ਸੱਚਾਈ ਹੈ ਕਿਉਂ ਲਾਲਾ ਜੀ ਕੀ ਹੋਇਆ ਸੀ ਦੁਕਾਨ ਦੇ ਉੱਤੇ ਜਦੋਂ ਦੁਕਾਨ ਤੇ ਲੜਾਈ ਹੋਈ ਹੈ? ਬੇਟੇ ਜੀ ਮੇਰੀ ਬਾਤ ਇਸ ਤਰ੍ਹਾਂ ਹੈਗਾ ਜੀ ਉਸ ਟਾਈਮ ਤਾਂ ਮੇਰੀ ਮਿਸਿਸ ਸੀ ਔਰ ਮੇਰਾ ਬੇਟਾ ਥਾ ਜਿਹੜਾ ਬੇਟਾ ਦੁਕਾਨ ਤੇ ਬੈਠਦਾ ਹੈ ਉਹ ਕੱਲ ਰੋਪੜ ਗਿਆ ਸੀ ਹਸਪੀਟਲ ਦਵਾਈ ਲੈਣ ਮੈਂ ਵੀ ਉੱਥੇ ਥਾ ਨਹੀਂ ਮੈਂ ਡਾਕਟਰ ਬਾਜ਼ਾਰ 'ਚ ਆਇਆ ਹੋਇਆ ਸੀ ਮੈਨੂੰ ਉਸ ਬਾਰੇ ਨਹੀਂ ਜੋ ਉੱਥੇ ਬੱਚਾ ਬੈਠਾ ਸੀ ਮੇਰੇ ਘਰ ਹੀ ਬੈਠੇ ਸੀ ਉਹਨੇ ਸਾਹਮਣੇ ਜੋ ਵਾਕਾ ਹੋਇਆ ਉਹ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਕਿਉਂਕਿ ਮੈਂ ਉੱਥੇ ਥਾ ਨਹੀਂ ਮੈਂ ਬਾਜ਼ਾਰ 'ਚ ਆਇਆ ਤਾਂ ਦਵਾਈ ਪਰਿਵਾਰਕ ਮੈਂਬਰਾਂ ਨੇ ਤੁਹਾਡੇ ਦੱਸਿਆ ਹੋਣਾ ਕਿ ਕੀ ਹੋਇਆ ਸੀ ਕਿਉਂਕਿ ਅੱਜ ਕੱਲ੍ਹ ਦੇਖੋ ਪਿੰਡ ਦੇ ਵਿੱਚ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ ਪਿੰਡ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਬਣੀ ਚਾਹੀਦੀ ਹੈ ਸਾਡਾ ਪੜੋਸ ਹੈ ਸਾਡਾ ਘਰ ਹੈ ਜੀ ਅਸੀਂ ਇਕੱਠੇ ਹੀ ਰਹਿੰਦੇ 24 ਘੰਟੇ ਨੰਬਰ 2 ਬਾਤ ਇਸ ਤਰ੍ਹਾਂ ਹੈਗਾ ਹੈ ਬੱਚੇ ਦਾ ਜਨਮ ਸੀ ਉਹ ਮੁੰਡਾ ਬੱਚਾ ਜਿਹੜਾ ਉਹਦਾ ਬਾਪ ਸੀ ਬੱਚੇ ਦਾ ਉਹ ਘਰ ਦੁਕਾਨ ਤੋਂ ਸਮਾਨ ਲੈਣ ਗਿਆ ਅੰਦਰ ਸਮਾਨ ਠੰਡਾ ਜੋ ਵੀ ਰੱਖਣ ਲੱਗਾ ਸੀ ਔਰ ਇੱਕ ਮੁੰਡੇ ਨੇ ਆ ਕੇ ਉਹਨਾਂ ਦੇ ਨੇ ਉਹਨੂੰ ਘੜੀਸ ਲਿਆ ਅੰਦਰ ਬਾਹਰ ਆ ਕੇ ਕੁੱਟਮਾਰ ਕੀਤੀ ਸੀ ਇਹਨੇ ਦੂਸਰਾ ਬੰਦਾ ਸਭ ਤੋਂ 2-3 ਹੋਰ ਆ ਗਏ ਇੱਕ ਦੂਸਰੇ ਭਾਈ ਨੂੰ ਬੁਲਾ ਲਿਆ ਉਹਨੇ ਉਹਨਾਂ ਗੱਲ ਸਾਰੇ ਕੁੱਟਮਾਰ ਹੋਈ ਬਹੁਤ ਜ਼ਿਆਦਾ ਹੋਈ ਹੈ ਔਰ ਨਜਾਇਜ਼ ਹੋਈ ਹੈ ਇਹ ਉੱਥੇ ਵਾਕਾ ਤੇ ਪਿੰਡ ਦਾ ਮਾਹੌਲ ਕਿਵੇਂ ਦੇਖਦੇ ਹੋ ਹੁਣ ਦੋਨੇ ਧਿਰਾਂ ਆਮੋ ਸਾਹਮਣੇ ਤਾਂ ਦੇਖੋ ਬੇਟੇ ਅਸੀਂ ਸਾਰੀ ਉਮਰ ਤੋਂ ਖਿਜ਼ਰਾਬਾਦ 'ਚ ਰਹਿ ਰਹੇ ਹਾਂ ਇੱਥੇ ਇਹੋ ਜਿਹਾ ਕੋਈ ਮਾਹੌਲ ਅੱਜ ਤੱਕ ਨਾ ਪੈਦਾ ਹੋਇਆ ਨਾ ਗਾਨ ਹੋਣਾ ਚਾਹੀਦਾ ਜਿਹੜਾ ਇਹ ਮਸਲਾ ਹੈ ਬਣਾਇਆ ਜਾ ਰਿਹਾ ਬਿਲਕੁਲ ਗਲਤ ਬਣਾ ਰਿਹਾ ਜਾ ਇਹੋ ਜਿਹਾ ਮੁੱਦਾ ਸਾਡੇ ਪਿੰਡ 'ਚ ਨਹੀਂ ਹੋਣਾ ਚਾਹੀਦਾ ਜਿਸ ਤੇ ਸਾਡਾ ਭਾਈਚਾਰਾ ਬਣਿਆ ਰਹੇ ਸਾਡਾ ਆਪਸ ਵਿੱਚ ਪ੍ਰੇਮ ਬਣਿਆ ਰਹੇ ਬਿਲਕੁਲ ਤੁਸੀਂ ਦੇਖੋ ਕਿ ਹਰ ਇਨਸਾਨ ਚਾਹ ਰਿਹਾ ਹੈ ਕਿ ਪਿੰਡ ਦੇ ਵਿੱਚ ਮਾਹੌਲ ਖਰਾਬ ਨਾ ਹੋਏ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਹੇ ਪਰ ਇਸ ਨੂੰ ਲੈ ਕੇ ਲੜਾਈ ਜਿਹੜੀ ਖਤਮ ਹੋਣੀ ਚਾਹੀਦੀ ਹੈ ਜੋ ਵੀ ਮਾਮਲਾ ਹੈ ਕਾਨੂੰਨੀ ਤਰੀਕੇ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਭਾਵੇਂ ਕਸੂਰਵਾਰ ਕੋਈ ਵੀ ਹੈ ਪਰ ਦੱਸਿਆ ਕਿ ਧਾਰਮਿਕ ਮੁੱਦੇ ਨੂੰ ਲੈ ਕੇ ਜਿਹੜਾ ਹਿੰਦੂ ਮੁਸਲਿਮ ਸਿੱਖ ਈਸਾਈ ਦਾ ਲੜਾਈ ਨਹੀਂ ਹੋਣੀ ਚਾਹੀਦੀ ਕਿਵੇਂ ਦੇਖਦੇ ਕਿ ਧਾਰਮਿਕ ਤੁਹਾਡੇ ਮੁਤਾਬਕ ਲੱਗ ਰਿਹਾ ਕਿ ਮੁੱਦਾ ਬਣਾਇਆ ਜਾ ਰਿਹਾ ਹੈ? ਹਾਂਜੀ ਹਾਂਜੀ ਕਿਉਂਕਿ ਜੋ ਉਹਨਾਂ ਨੇ ਬਾਤ ਬਣਾਈ ਨਾ ਵੀ ਇਹ ਵੀ ਸਾਡੀ ਜਦੋਂ ਦਸਤਾਰ ਦੀ ਜੋ ਮਤਲਬ ਬੇਇੱਜ਼ਤੀ ਕਰੀ ਇਹਨਾਂ ਨੇ ਕਰੀ ਦੇਖੋ ਵੀ ਉਹ ਚੀਜ਼ ਸਾਬਤ ਹੋ ਜੇ ਵੀ ਇਹਨਾਂ ਨੇ ਠੁੱਡਾਂ ਮਾਰੀਆਂ ਜੋ ਵੀ ਕੁਛ ਕਰਿਆ ਕਿਆ ਕਹਿੰਦੇ ਵੀ ਜੋ ਇਹਨਾਂ ਨੇ ਕਰਿਆ ਜਿਹੜੇ ਬੰਦਾ ਕਰਨ ਵਾਲਾ ਉਹਨੂੰ ਜੋ ਸਜ਼ਾ ਬਣਦੀ ਬਣ ਦੋ ਪਹਿਲਾਂ ਵੀ ਕੋਈ ਆਪਸੀ ਰੰਜਿਸ਼ ਸੀ ਨਾ ਦੋਨੋਂ ਧਿਰਾਂ ਦੀ ਕੋਈ ਸ਼ਾਇਦ ਰੰਜਿਸ਼ ਨਹੀਂ ਸਾਡੇ ਨਾਲ ਦੇਖੋ ਪਤਾ ਨਹੀਂ ਕੋਈ ਮਤਲਬ ਸਾਨੂੰ ਤਾਂ ਦੇਖੋ ਇਸ ਗੱਲ ਬਾਰੇ ਕੋਈ ਪਤਾ ਨਹੀਂ ਹੈ ਵੀ ਪਹਿਲਾਂ ਕੋਈ ਹੋਵੇ ਮਤਲਬ ਕਦੇ ਸੁਣਿਆ ਨਹੀਂ ਕਦੇ ਤੱਕ ਤਾਂ ਹੁਣ ਮਾਹੌਲ ਨੂੰ ਕਿਵੇਂ ਦੇਖਦੇ ਹੋ ਗਰਮਾਇਆ ਹੋਇਆ ਮਾਹੌਲ ਦੱਸਿਆ ਜਾ ਰਿਹਾ 295 ਤੱਕ ਲਾਉਣ ਦੀ ਉਹਨਾਂ ਨੇ ਅਪੀਲ ਕਰ ਦਿੱਤੀ ਹੈ ਪਰ ਤੁਸੀਂ ਕਹਿ ਰਹੇ ਕਿ ਕੋਈ ਬੇਅਦਬੀ ਨਹੀਂ ਹੋਈ ਕੋਈ ਇੱਦਾਂ ਧਾਰਮਿਕ ਭਾਵਨਾ ਨਹੀਂ ਭੜਕਾਈਆਂ ਗਈਆਂ ਪਰ ਕਿਵੇਂ ਦੇਖਦੇ ਹੁਣ ਮਾਹੌਲ ਕਿਵੇਂ ਸ਼ਾਂਤ ਹੋਏਗਾ? ਕੋਈ ਤਾਂ ਦੇਖੋ ਅਸੀਂ ਦੇਖੋ ਸਾਹਮਣੇ ਤੇ ਕਿਆ ਕਹਿੰਦੇ ਅਸੀਂ ਮਤਲਬ ਝੂਠ ਬੋਲੀਏ ਵੀ ਨਹੀਂ ਹੋਈ ਕਿਆ ਕਹਿੰਦੇ ਅਸੀਂ ਤਾਂ ਕਹਿੰਦੇ ਜੋ ਬੰਦੇ ਉੱਥੇ ਥੇ ਹਾਜ਼ਰ ਜਾਂ ਹੋਈ ਵਾਕਈ ਕਿਆ ਕਹਿੰਦੇ ਉਹ ਸਾਬਤ ਹੋ ਜਾਏ ਠੀਕ ਹੈ ਨਾ ਵੀ ਜੋ ਸਜ਼ਾ ਬਣਦੀ ਦੋ ਜਿਹੜਾ ਕਰਨੇ ਵਾਲਾ ਅਗਰ ਨਹੀਂ ਹੋਈ ਤਾਂ ਜਿਹੜਾ ਬੰਦਾ ਗਲਤ ਇਲਜ਼ਾਮ ਲਾ ਰਿਹਾ ਮਤਲਬ ਇਹ ਜਿਹੜੀ ਹਿੰਦੂ ਸਿੱਖ ਵਾਲੀ ਮਤਲਬ ਭੇਦਭਾਵ ਪੈਦਾ ਕਰ ਰਹੇ ਕਿਆ ਕਹਿੰਦੇ ਵੀ ਦੇਖੋ ਐਡਾ ਵੱਡਾ ਪਿੰਡ ਹੈ ਉਹਨੇ ਮੇਰੇ ਖਿਆਲ ਕਮ ਤੋਂ ਕਮ ਜੇ ਕੁਛ ਨਹੀਂ 15 ਜਾਤੀਆਂ ਹੋਣੀਆਂ
ਕੋਈ ਇੱਕ ਜਾਤੀ ਨਹੀਂ ਹੋ ਰਹੀ, ਕੋਈ ਜਾਤੀ ਐਸੀ ਨਹੀਂ ਜਿਹੜੀ ਉਹ ਨਹੀਂ ਹੈ। ਵੀ ਇਸ ਕਰਕੇ ਉਹਨਾਂ ਸਭ ਦਾ ਆਪਣਾ ਭਾਈਚਾਰਾ ਬਣਿਆ ਹੋਇਆ ਪਹਿਲੇ ਕਾਇਮ ਹੈ ਔਰ ਅੱਗੇ ਨੂੰ ਵੀ ਰਹਿਣਾ ਹੀ ਹੈ। ਕੀ ਕਹਿੰਦੇ ਪਹਿਲਾਂ ਦੇਖੋ ਇਹ ਉਗਰਵਾਦ ਦਾ ਜ਼ਮਾਨਾ ਹੋਇਆ, ਜਦ ਨਹੀਂ ਇੱਥੇ ਕੁਝ ਹੋਇਆ, ਕੋਈ ਹਿੰਦੂ ਸਿੱਖ ਦਾ ਸਵਾਲ ਨਹੀਂ ਇੱਥੇ ਪੈਦਾ ਹੋਇਆ, ਕੋਈ ਇੱਥੇ ਤੇ ਬੰਦਾ ਗਿਆ ਨਹੀਂ, ਸਾਰੇ ਜਿੰਨੇ ਹੈ ਇੱਥੇ ਸ਼ਾਂਤੀ ਚਾਹੁੰਦੇ ਨੇ ਸਾਰੇ ਪਿੰਡ ਵਾਲੇ, ਸ਼ਾਂਤੀ ਚਾਹੁੰਦੇ। ਬਿਲਕੁਲ ਦੇਖੋ ਸ਼ਾਂਤੀ ਦਾ ਪ੍ਰਤੀਕ ਹੁੰਦਾ ਜਦੋਂ ਆਪਸੀ ਧਿਰਾਂ ਦੋਨੇ ਬੈਠ ਜਾਣ, ਕਿਤੇ ਨਾ ਕਿਤੇ ਫੈਸਲਾ ਹੋ ਜਾਵੇ, ਤਾਂ ਜਿਹੜੀ ਹਿੰਦੂ ਸਿੱਖ ਵਾਲੀ ਜਿਹੜੀ ਤਕਰਾਰਬਾਜ਼ੀ ਚੱਲ ਰਹੀ ਹੈ ਕਿ ਜਿਹਦੇ ਨਾਲ ਕਿ ਮਾਹੌਲ ਖਰਾਬ ਨਾ ਹੋਏ, ਤਾਂ ਹਰ ਤੁਸੀਂ ਕੀ ਦੇਖਦੇ ਹੋ ਕਿ ਜਿਹੜਾ ਹਿੰਦੂ ਹੁਣ ਇੱਕ ਸਿੱਖ ਦੀ ਤਕਰਾਰਬਾਜ਼ੀ ਚੱਲ ਰਹੀ ਹੈ, ਉਹ ਕਹਿੰਦੇ ਕਿ ਬੇਅਦਬੀ ਕੀਤੀ ਹੈ, ਇਸ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ, ਤੁਹਾਨੂੰ ਲੱਗਦਾ ਕਿ ਤੁਹਾਡੇ ਮੁਤਾਬਕ ਜਾਂ ਫਿਰ ਬਾਕੀ ਇਦਾਂ ਦੀ ਘਟਨਾ ਹੋਈ ਹੈ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ HN1 ਚੈਨਲ ਦਾ ਧੰਨਵਾਦ ਕਰਦਾ ਹਾਂ, ਸ਼ੁਕਰੀਆ ਕਰਦਾ ਹਾਂ ਕਿ ਇਹਨਾਂ ਨੇ ਆ ਕੇ ਸਾਡੀ ਗੱਲ ਨੂੰ ਲੋਕਾਂ ਸਾਹਮਣੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਜਿਹੜਾ ਇਹ ਮੁੱਦਾ ਹੈ ਨਾ ਧਾਰਮਿਕ ਰੰਗਤ ਦੇਣ ਵਾਲਾ, ਬਿਲਕੁਲ ਹੀ ਫੇਕ ਹੈ, ਇਹ 'ਚ ਕੋਈ ਸੱਚਾਈ ਨਹੀਂ ਹੈ। ਕਿਉਂਕਿ ਜਿਹੜੇ ਉਹ ਦੋ ਬੱਚੇ ਹੈਗੇ ਆ ਨਵੀਨ ਬੰਸਲ ਜਾਂ ਨਿਤਿਨ ਬੰਸਲ, ਉਹ ਕਦੇ ਲੜਦੇ ਦੇਖੇ ਨਹੀਂ, ਉਹਦਾ ਨਾਮ ਉਹਨਾਂ ਦਾ ਕੋਈ ਇਦਾਂ ਦਾ ਮਾਹੌਲ ਹੈਗਾ ਵੀ ਉਹ ਲੜਦੇ ਹੋਣਗੇ। ਦੂਜੀ ਗੱਲ ਆਪਸੀ ਰੰਜਸ ਆਮ ਪਿੰਡਾਂ 'ਚ ਹੁੰਦੀ ਰਹਿੰਦੀ ਹੈ, ਬੱਚਿਆਂ ਦੀ ਕਿਸੇ ਦੀ ਵੀ ਹੋ ਸਕਦੀ ਹੈ। ਆਪਸੀ ਰੰਜਸ ਨੂੰ ਲੈ ਕੇ ਥੋੜ੍ਹਾ ਜਿਹਾ ਉਹਨੂੰ ਗਰਮਾ ਕੇ ਧਾਰਮਿਕ ਰੰਗ ਦੇ ਕੇ ਜੇ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਵੀ। ਨਾ ਅੱਜ ਤੱਕ ਐਸੇ ਮਾਹੌਲ ਪੈਦਾ ਹੋਇਆ, ਨਾ ਹੋਣਾ ਚਾਹੀਦਾ, ਨਾ ਅੱਗੇ ਨੂੰ ਹੋਣ ਦੇਵਾਂਗੇ ਅਸੀਂ। ਬਿਲਕੁਲ ਤੁਸੀਂ ਦੇਖੋ ਕਿ ਹਰ ਇਨਸਾਨ ਇਹ ਚਾਹੁੰਦਾ ਹੈ ਕਿ ਮਾਹੌਲ ਖਰਾਬ ਨਾ। ਤੇ ਹੁਣ ਕਿਵੇਂ ਦੇਖਦੇ ਹੋ ਕੁਸ਼ਲਪਾਲ ਜੀ ਕਿ ਸ਼ਾਂਤੀ ਕਿਵੇਂ ਹੋਏਗੀ ਪਿੰਡ ਦੇ ਵਿੱਚ? ਜਿਹੜਾ ਮਾਹੌਲ ਬਣਾਇਆ ਜਾ ਰਿਹਾ ਉਸ ਨੂੰ ਕਿਵੇਂ ਨਿਪਟਿਆ ਜਾਏਗਾ? ਕੋਈ ਐਦਾਂ ਦਾ ਲੱਗਦਾ ਪਿੰਡ ਦੇ ਵਿੱਚ ਕੋਈ ਸਲਾਹ ਹੋਈ ਹੈ ਦੋਨੇ ਧਿਰਾਂ ਦੀ ਤੁਹਾਡੀ ਕਿ ਕੋਈ ਨਾ ਕੋਈ ਫੈਸਲਾ ਸਾਹਮਣੇ ਹੋ ਜਾਏਗੀ ਜਿਸ ਦੇ ਨਾਲ ਕਿ ਮਾਹੌਲ ਨਾ ਖਰਾਬ ਹੋਏ? ਨਹੀਂ, ਅਸੀਂ ਤਾਂ ਆਪ ਚਾਹੁੰਦੇ ਵੀ ਮਾਹੌਲ ਨਹੀਂ ਖਰਾਬ ਹੋਣਾ ਚਾਹੀਦਾ। ਪਿੰਡ ਸਾਰਾ ਸੋਚਾਂ 'ਤੇ ਪਿਆ ਹੋਇਆ, ਸਾਰਾ ਸੋਚ ਰਿਹਾ ਵੀ ਕੀ ਹੋਇਆ, ਵੀ ਕਿੱਡਾ ਬੜਾ ਇਹਨਾਂ ਨੇ ਗਲਤ ਇਲਜ਼ਾਮ ਲਾਇਆ ਹੈ। ਸਾਨੂੰ ਵੀ ਮੇਰੇ ਖਿਆਲ ਨਾਲ 200 ਫੋਨ ਕੱਲ੍ਹ ਦੇ ਆਏ ਹੈ, ਤੇ ਇਕੱਲੇ ਇਹ ਨਹੀਂ ਵੀ ਸਾਡੇ ਹਿੰਦੂ ਭਾਈਚਾਰੇ ਸਾਰਿਆਂ ਦੇ ਆਏ ਹੈ, ਸਰਦਾਰਾਂ ਦੇ ਆਏ ਵੀ ਜੋ ਇਹਨਾਂ ਨੇ ਕਰਿਆ ਇਲਜ਼ਾਮ ਲਾਇਆ ਬੜਾ ਭਾਰੀ ਗਲਤ ਲਾਇਆ ਇਹਨਾਂ ਨੇ। ਤੇ ਇਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਅੱਗੇ ਨੂੰ ਕੋਈ ਇਹੋ ਜਿਹਾ ਗੁਰੂਆਂ ਦਾ ਆਪਣਾ ਗ੍ਰੰਥ ਸਾਹਿਬ ਦਾ ਨਾਂ ਲੈ ਕੇ ਆਪਣਾ ਇਹਦਾ ਇਲਜ਼ਾਮ ਲਾ ਕੇ ਕੋਈ ਗਲਤ ਐਸਾ ਕਦੀ ਸੋਚੂਗਾ ਨਾ। ਅੱਛਾ, ਜਿਵੇਂ ਉਹਨਾਂ ਨੇ ਦੋਸ਼ ਲਾਏ ਨੇ, ਪਰ ਜੇ ਉਹ ਸਾਬਤ ਹੁੰਦੇ ਨੇ ਕੱਲ੍ਹ, ਜੇ ਨਵੀਨ ਉਹਨਾਂ 'ਤੇ ਦੋਸ਼ ਸਾਬਤ ਹੁੰਦੇ ਨੇ, ਫਿਰ ਕੀ ਤੁਹਾਡੀ ਪ੍ਰਤੀਕਿਰਿਆ ਫਿਰ ਕੀ ਹੋਏਗੀ? ਆਪਾਂ ਸਜ਼ਾ ਮਿਲਣੀ ਚਾਹੀਦੀ। ਜੇ ਉਹਨਾਂ ਨੇ ਕਰਿਆ ਹੈ ਅੱਬਲ ਮੈਂ ਸਾਨੂੰ ਪਤਾ ਹੈ ਜਿਹੜੇ ਉੱਥੇ ਲਾਲਾ ਜੀ ਆ ਕਿ ਹੋਰ ਸੀ, ਅਸੀਂ ਵੀ ਤਹਿਕੀਕਾਤ ਕਰੀ ਹੈ, ਬਿਲਕੁਲ ਜਿਹੜਾ ਨਵੀਨ ਤੇ ਨਿਤਨ ਮਸਲਾ ਉਹਦਾ ਕਦੀ ਲੜੇ ਨਹੀਂ। ਜਿਹੜਾ ਨਿਤਨ ਮਸਲਾ ਉਹਦਾ ਅੱਜ ਤੱਕ ਕੋਈ ਪਿੰਡ ਦੇ ਵਿੱਚ ਕੋਈ ਵੀ ਕਿਸੇ ਧਰਮ ਦੇ ਨੂੰ ਪੁੱਛ ਲਓ ਉਹਦੇ ਬਾਰੇ। ਜਿਹੜੇ ਦੋਸ਼ ਲਾ ਰਹੇ ਨੇ ਉਹਨਾਂ ਦਾ ਕੀ ਮਾਹੌਲ ਹੈ ਪਿੰਡ ਦੇ ਵਿੱਚ? ਜਾਂ ਪਹਿਲਾਂ ਵੀ ਉਹ ਲੜਾਈ ਝਗੜੇ ਕਰਦੇ ਨੇ ਜਾਂ ਫਿਰ ਪਹਿਲੀ ਵਾਰ ਉਹਨਾਂ ਨਾਲ ਵੀ ਪਹਿਲੀ ਵਾਰ ਹੋਈ ਹੈ? ਉਹਨਾਂ ਦੇ ਵਿੱਚ ਪਹਿਲਾਂ ਵੀ ਉਹਨਾਂ ਦੇ ਨਾਂ 'ਤੇ ਕੇਸ ਕੂਸ ਚੱਲਦੇ ਆ। ਜਿਹੜਾ ਆਪਣਾ ਬਾਬਾ ਜੀ ਹੈਗੇ ਆ ਜੰਗ ਜੀ, ਉਹਨਾਂ ਦੇ ਪਹਿਲਾਂ ਵੀ ਮੇਰੇ ਖਿਆਲ ਨਾਲ ਅੱਜ ਵੀ ਮੈਨੂੰ ਪੁਲਿਸਾਂ ਨੇ ਦੱਸਿਆ ਵੀ ਸ਼ਾਇਦ ਉਹਦੀ ਕੋਰਟ ਮੇ ਕੋਈ ਜ਼ਮਾਨਤ ਲੱਗੀ ਹੋਈ ਹੈ, ਚੋਰੀ ਕਾਹਦੀ ਲੱਗੀ ਹੋਈ ਹੈ, ਚੱਲ ਰਿਹਾ ਉਹਨਾਂ ਦੇ ਕੇਸ। ਤੇ ਜਿਹੜਾ ਸੁਖਦੇਵ ਪੰਚ ਆ ਉਹ ਪਹਿਲਾਂ ਵੀ ਹੈਗਾ ਇਸ ਚੀਜ਼ਾਂ ਦੇ ਲੜਾਈ ਲੜੂਈ ਤੇ ਹੈਗਾ। ਪਰ ਮੈਨੂੰ ਬੜੀ ਹੈ ਵੀ ਅਸੀਂ ਵੀ ਮੈਂਬਰ ਪੰਚਾਇਤ ਰਹੇ ਆ, ਆਪਾਂ ਵੀ ਹੈ ਜਿਹੜੇ ਪੰਚਾਇਤ ਮੈਂਬਰ ਹੁੰਦੇ ਆ, ਪਿੰਡ ਉਹਨਾਂ ਨੂੰ ਚੁਣਦੀ ਹੈ, ਉਹਨਾਂ ਨੂੰ ਚਾਹੇ ਲੜਾਈ ਦੁਸ਼ਮਣੀ ਕਿੰਨੀ ਵੀ ਕਿਸੇ ਦੀ ਹੋਵੇ, ਗੱਲ ਨੂੰ ਦਬਾਉਣਾ ਹੁੰਦਾ ਹੈ। ਪਰ ਮੈਨੂੰ ਬੜੀ ਗੱਲ ਰਹੀ ਵੀ ਸੁਖਦੇਵ ਸਿੰਘ ਪੰਚ ਜੀ ਨੇ ਉੱਥੇ ਗੱਲ ਨੂੰ ਤਾਜ ਦਈ ਹੈ ਵੀ ਕੋਈ ਗੱਲ ਨਹੀਂ, ਤੁਸੀਂ ਕਰ ਦਿਓ, ਆਪਾਂ ਖੜੇ ਆ ਤੁਹਾਡੇ ਨਾਲ। ਕਿ ਮਤਲਬ ਕਿ ਲੜਾਈ ਝਗੜਾ ਵਧਾਇਆ ਜਾ ਰਿਹਾ ਗਿਆ ਉਹਨਾਂ। ਹਾਲਾਂਕਿ ਉਹ ਜੇ ਚਾਹੁੰਦਾ ਇਸ ਚੀਜ਼ ਨੂੰ ਪੂਰੀ ਪੰਚਾਇਤ ਦੇ ਵਿੱਚ ਰੱਖਦਾ ਵੀ ਤੁਹਾਡੀ ਰਾਤ ਕੀ ਗੱਲ ਹੋਈ ਹੈ ਭਾਈ, ਨਹੀਂ ਪੰਚਾਇਤ ਸੁਣਦੀ, ਥਾਣਾ ਹੈ ਸਰਕਾਰ ਨੇ ਥਾਣਾ ਬਣਾ ਉੱਥੇ ਰੱਖਦਾ ਇਹ ਗੱਲ ਨੂੰ, ਜੀ ਗੱਲ ਨੂੰ ਇਹ ਵੱਢ ਨਾ ਪਾਉਂਦਾ ਇਹਨੂੰ ਧਰਮ ਦੇ ਨਾਂ 'ਤੇ ਇਹਨੂੰ। ਦੂਜੀ ਧਿਰ ਨੇ ਪਿੰਡ ਦੇ ਪੰਚ ਤੇ ਵੀ ਦੋਸ਼ ਲਾਏ ਸੀ, ਕਹਿੰਦਾ ਕਿ ਉਹ ਵੀ ਫੈਸਲਾ ਨਹੀਂ ਹੋਣ ਦੇ ਰਹੇ, ਜਾਂ ਫਿਰ ਇਸ ਲੜਾਈ ਦੇ ਵਿੱਚ ਕਹਿੰਦਾ ਜ਼ਿਆਦਾ ਭੂਮਿਕਾ ਪੰਚ ਸਾਹਿਬ ਨਿਭਾ ਰਹੇ ਨੇ। ਤੇ ਪੰਚ ਸਾਹਿਬ ਤੁਹਾਡੇ ਤੇ ਵੀ ਦੋਸ਼ ਲਾ ਰਹੇ ਨੇ, ਕਹਿੰਦਾ ਕਿ ਲੜਾਈ ਦੇ ਵਿੱਚ ਭੂਮਿਕਾ ਸਭ ਤੋਂ ਜ਼ਿਆਦਾ ਪੰਚ ਸਾਹਿਬ ਦੀ ਹੈ, ਕਹਿੰਦਾ ਜੇ ਪੰਚ ਸਾਹਿਬ ਪਿੱਛੇ ਹਟ ਜਾਣ ਕਿਤੇ ਨਾ ਫੈਸਲਾ ਹੋ ਜਾਏ। ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਪੁਆਇੰਟਰ ਤੋਂ। ਜਦੋਂ ਇਹਨਾਂ ਦੀ ਲੜਾਈ ਹੋਈ ਆਪਸ ਵਿੱਚ, ਰਾਤੀ ਵੀ ਹੋਈ, ਸਵੇਰੇ ਵੀ ਹੋਈ ਹੈ। ਜਦੋਂ ਸਵੇਰੇ ਲੜਾਈ ਹੋਣ ਤੋਂ ਬਾਅਦ ਮੈਨੂੰ ਫੋਨ ਗਿਆ ਇਹਨਾਂ ਦਾ, ਫੋਨ ਜਾਣ ਤੋਂ ਬਾਅਦ ਮੈਂ 10 ਮਿੰਟ ਦੇ ਵਿੱਚ ਉੱਥੇ ਪਹੁੰਚਿਆ। ਇਹ ਆਪਸ ਵਿੱਚ ਲੜ ਰਹੇ ਸੀਗੇ, ਮੈਂ ਦੋਨਾਂ ਨੂੰ ਆਪਸ ਵਿੱਚ ਛੁਡਾਇਆ, ਇਹਨਾਂ ਨੂੰ ਦੋਨਾਂ ਪਾਰਟੀਆਂ ਨੂੰ। ਲੜਨ ਤੋਂ ਬਾਅਦ ਕਾਫੀ ਮੁੱਦਾ ਗਰਮ ਹੋਇਆ ਸੀਗਾ ਜੀ। ਮੈਂ ਸੱਜੇ ਖੱਬੇ ਕਰੇ, ਮੇਰੇ ਬਸ ਤੋਂ ਬਾਹਰ ਹੋ ਗਿਆ ਜਦੋਂ। ਫਿਰ ਉਸ ਤੋਂ ਬਾਅਦ ਇਹਦਾ ਨਵੀਨ ਬੰਸਲ ਫਿਰ ਉੱਥੇ ਪਹੁੰਚ ਗਿਆ ਜੀ। ਪਹੁੰਚਣ ਤੋਂ ਬਾਅਦ ਫਿਰ ਉੱਥੋਂ ਪਾਈ ਹੋਇਆ। ਮੈਂ ਦੋਨੇ ਪਾਰਟੀਆਂ ਸੱਜੇ ਖੱਬੇ ਕਰਕੇ ਉੱਥੋਂ ਛਡਾਤੀਆਂ। ਇਹਨਾਂ ਨੇ ਜਿਹੜਾ ਮੇਰੇ ਤੇ ਬਲੇਮ ਲਾਇਆ ਬਿਲਕੁਲ ਗਲਤ ਲਾਇਆ। ਸਾਡਾ ਆਪਸੀ ਭਾਈਚਾਰਾ, ਅਸੀਂ ਇਕੱਠੇ ਰਹਿੰਦੇ ਹਾਂ ਉੱਥੇ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਬਿਲਕੁਲ। ਤੇ ਪਿੰਡ ਦੇ ਵਿੱਚ ਹੁਣ ਹਿੰਦੂ ਸਿੱਖ ਇੱਕ ਚੱਲ ਰਿਹਾ, ਉਹ ਕਹਿੰਦੇ ਕਿ ਸਾਡੇ ਤੇ ਉੱਤੇ ਜਿਹੜਾ ਦੋਸ਼ ਲਾਇਆ ਕਿ ਬੇਅਦਬੀ ਕੀਤੀ ਗਈ ਹੈ, ਦਸਤਾਰ ਦੀ ਬੇਅਦਬੀ ਕੀਤੀ ਗਈ ਹੈ, ਜਿਹੜੇ ਬਾਲਾਂ ਦੀ ਬੇਅਦਬੀ ਕੀਤੀ ਗਈ ਹੈ। ਉਹ ਕਹਿੰਦਾ ਸਾਡਾ ਤਾਂ ਕੋਈ ਇੱਦਾਂ ਦਾ ਮਕਸਦ ਨਹੀਂ, ਸਾਡਾ ਪਹਿਲਾਂ ਕੋਈ ਇੱਦਾਂ ਦਾ ਰਿਕਾਰਡ ਨਹੀਂ ਕਿ ਅਸੀਂ ਸਿੱਖਾਂ ਦੇ ਖਿਲਾਫ ਹਾਂ, ਅਸੀਂ ਗੁਰਦੁਆਰੇ ਜਾਂਦੇ ਹਾਂ, ਅਸੀਂ ਮੱਥਾ ਟੇਕਦੇ ਹਾਂ, ਧਾਰਮਿਕ ਪ੍ਰੋਗਰਾਮ ਜਾਂਦੇ ਹਾਂ। ਕਹਿੰਦਾ ਕਿ ਇਹ ਮੁੱਦਾ ਨਾ ਬਣਾਉਣ। ਠੀਕ ਹੈ, ਲੜਾਈ ਹੋਈ ਹੈ, ਕਹਿੰਦਾ ਦੋਨੇ ਧਿਰਾਂ ਦਾ ਕਸੂਰ ਹੈ, ਕਹਿੰਦਾ ਕਿ ਆਪਸੀ ਬੈਠ ਕੇ ਜੋ ਪੁਲਿਸ ਕਾਰਵਾਈ ਕਰਦੀ ਹੈ ਅਸੀਂ ਭੁਗਤਣ ਨੂੰ ਤਿਆਰ ਹਾਂ। ਦੇਖੋ, ਇੱਦਾਂ ਸਾਡੇ ਪਿੰਡ 'ਚ ਕੋਈ ਹਿੰਦੂ ਸਿੱਖ ਵਾਲਾ ਕੋਈ ਐਡਾ ਮਸਲਾ ਨਹੀਂ ਹੈ, ਇੱਕੋ ਬੰਦਾ ਇਹਨੂੰ ਰੰਗਤ ਦੇਣ ਵਾਲਾ। ਹੁਣ ਤੱਕ ਸਾਡੇ ਵਿੱਚ ਅਸੀਂ ਮੰਦਰ ਮਸਜਿਦ ਜਾਂਦੇ ਹਾਂ, ਉਹ ਸਾਡੇ ਗੁਰਦੁਆਰਾ ਸਾਹਿਬ 'ਚ
ਚਾਹੁੰਦੇ ਆ, ਇਦਾਂ ਦਾ ਕੋਈ ਮਕਸਦ ਨਹੀਂ ਹੈ, ਨਾ ਅਸੀਂ ਇਸ ਵੀ ਮਕਸਦ 'ਚ ਪੈਂਦੇ ਆ। ਇੱਕੋ ਬੰਦਾ ਆਪਣੀ ਰੰਗਤ ਲਿਆਉਣ ਵਾਸਤੇ ਇਹ ਕੰਮ ਕਰ ਰਹੇ ਹਾਂ। ਪਿੰਡ ਦੇ ਵਿੱਚ ਸਿਆਸਤ ਹੋ ਰਹੀ ਹੈ, ਪਿੰਡ 'ਚ ਸਿਆਸਤ ਹੋ ਰਹੀ ਹੈ ਤੇ ਦੋਨੇ ਪਾਸੇ ਦੇ ਸਿਆਸਤ ਦੇ ਬੰਦੇ ਬਾਹਰ ਨਿਕਲ ਜਾਣ, ਲੱਗਦਾ ਨਹੀਂ ਕਿ ਦੋਨੇ ਪਰਿਵਾਰਾਂ ਦਾ ਇੱਕ ਫੈਸਲਾ ਹੋ ਜਾਏਗਾ, ਪਿੰਡ ਦੇ ਵਿੱਚ ਮਾਹੌਲ ਨਹੀਂ ਖਰਾਬ ਹੋਏਗਾ। ਅਸੀਂ ਤਾਂ ਕਹਿ ਰਹੇ ਹਾਂ ਜਿਹਦੇ ਪਰ ਕੋਈ ਇਤਰਾਜ਼ ਆ ਉਹ ਬਾਹਰ ਹੋ ਜਾਵੇ, ਕਰ ਲਵੇ ਫੈਸਲਾ। ਦੋਨੇ ਧਿਰਾਂ ਪਾਰਟੀਆਂ ਬੈਠੀਆਂ, ਬੇਅਦਬੀ ਇਹਨਾਂ ਨੇ ਜ਼ਰੂਰ ਕੀਤੀ ਹੈ ਦਸਤਾਰ ਦੀ, ਮੇਰੀ ਦਸਤਾਰ ਨੂੰ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਤਾਂ ਮੈਂ ਆਪਣੀ ਜ਼ਰੂਰਤ ਸੀ ਕਿ ਮੈਂ ਰੋਕ ਲਿਆ। ਮੇਰੀ ਵੀ ਦਸਤਾਰ ਨੂੰ ਹੱਥ ਪਾਇਆ ਇਹਨਾਂ ਨੇ, ਨਿਤਨ ਬੰਸਲ ਨੇ। ਇਹ ਮੁੱਦਾ ਨਹੀਂ ਹੈ ਕੋਈ, ਇਹ ਜਿਹੜੀ ਅਸਲੀਅਤ ਦੱਸੂਗੇ ਅਸੀਂ। ਸਾਡੇ ਤੇ ਹੀ ਵਾਰ ਕੀਤਾ ਤੇਜ਼ ਹਥਿਆਰ। ਮੇਰੇ ਕੋਲ ਕੋਈ ਹਥਿਆਰ ਨਹੀਂ ਸੀਗਾ, ਮੈਂ ਤਾਂ ਖਾਲੀ ਹੱਥ ਆਪਣੇ ਘਰ ਤੋਂ ਆਇਆ, ਦਸਤਾਰ ਬੰਨ ਰਿਹਾ ਸੀਗਾ ਮੈਂ ਜਾਣ ਵਾਸਤੇ। ਮੈਂ ਇਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਆਪਸ ਵਿੱਚ ਵੀ ਲੜਨਾ ਨਹੀਂ, ਤੁਸੀਂ ਲੜਾ ਕੇ ਫਿਰ ਸੱਜੇ ਖੱਬੇ ਕੀਤੇ ਦੋਨੇ। ਮੇਰੇ ਹੱਥ 'ਚ ਮੈਂ ਕੋਈ ਥੱਪੜ ਨਹੀਂ ਮਾਰਿਆ, ਕੋਈ ਡੰਡਾ ਨਹੀਂ ਮਾਰਿਆ, ਕੋਈ ਜਿਹੜੇ ਮੇਰੇ ਤੇ ਬਲੇਮ ਲਾ ਰਹੇ ਆ ਵੀ ਪੰਚ ਕਹਿ ਰਿਹਾ ਮੌਜੂਦਾ ਵੀ ਕਹੀ ਮਾਰੋ, ਉੱਥੇ ਕਹੀਆਂ ਕਿੱਥੇ ਲੈ ਕੇ ਆਉਣੀ ਸੀਗੀਆਂ? ਮੈਂ ਕਿਹੜਾ ਵੀ ਕਹੀ ਲੈ ਕੇ ਆਇਆ ਸੀਗਾ ਘਰ ਤੋਂ ਚੱਕ ਕੇ? ਉਹ ਕਹਿੰਦਾ ਭੁਗਤਣੇ ਨੂੰ ਤਿਆਰ ਆ, ਕਹਿੰਦਾ ਪੰਚ ਸਾਹਿਬ ਨੇ ਇਹ ਕਿਹਾ। ਹਾਂਜੀ, ਕਹਿੰਦਾ ਕਹੀਂ ਮਾਰ ਕੇ ਤੁਸੀਂ ਆ ਜਾਓ, ਅਸੀਂ ਭੁਗਤਣੇ ਨੂੰ ਤਿਆਰ ਆ। ਬਿਲਕੁਲ ਹੀ ਹੈ, ਇਹ ਤਾਂ ਐਂਟੀ ਪਾਰਟੀ ਦੋਸ਼ ਲਾਇਓ ਕਰਦੀ ਹੈ। ਤੇ ਹੁਣ ਮਸਲਾ ਕਿਵੇਂ ਹੱਲ ਹੋਏਗਾ? ਦੇਖੋ ਤੁਸੀਂ ਮੋਹਤਵਰ ਬੰਦੇ ਹੋ ਪਿੰਡ ਦੇ ਵਿੱਚ, ਕਿ ਮਾਹੌਲ ਵੀ ਖਰਾਬ ਨਾ ਹੋਏ, ਦੋਨਾਂ ਆਪਸੀ ਧਿਰਾਂ ਦਾ ਇੱਕ ਫੈਸਲਾ ਵੀ ਹੋ ਜੇ, ਇਹਨੂੰ ਕਿਵੇਂ ਦੇਖਦੇ ਹੋ ਕਿ ਕਿਤੇ ਨਾ ਕਿਤੇ ਦੋਨੇ ਧਿਰਾਂ ਦੇ ਉੱਤੇ ਜਿਹੜੇ ਪਰਚੇ ਦਰਜ ਨੂੰ ਲੈ ਕੇ ਉਹ ਪਰਚਾ ਹੋਣਾ ਚਾਹੀਦਾ, ਉਹ ਪਰਚਾ ਹੋਣਾ ਚਾਹੀਦਾ, ਇਹ ਚੀਜ਼ ਖਤਮ ਕਿਵੇਂ ਹੋਏਗੀ? ਕਿਉਂਕਿ ਦੋਨੇ ਧਿਰਾਂ ਜਦੋਂ ਆਪਸ ਵਿੱਚ ਥਾਣੇ ਪਹੁੰਚ ਜਾਂਦੀਆਂ, ਇੱਕ ਦੂਜੇ ਦੇ ਬਲੇਮ ਤਾਂ ਲੱਗਦੀ ਹੈ। ਹਾਂ ਬਿਲਕੁਲ। ਜੇ ਬੈਠ ਕੇ ਇਹਨਾਂ ਦਾ ਫੈਸਲਾ ਹੁੰਦਾ ਸਾਨੂੰ ਕੋਈ ਇਤਰਾਜ਼ ਨਹੀਂ ਸੀ। ਤੁਸੀਂ ਤਿਆਰ ਹੋ ਦੋਨੇ ਧਿਰਾਂ ਨਾਲ? ਹਾਂਜੀ, ਅਸੀਂ ਤਿਆਰ ਹਾਂ ਇਹਦੇ ਨਾਲ। ਕੋਈ ਇਹਦੇ ਵਿੱਚ ਫਿਰ ਲੱਗਦਾ ਕਿ ਕੋਈ ਸਿਆਸੀ ਬੰਦੇ ਨਹੀਂ ਹੋਣ ਦੇ ਰਹੇ? ਸਿਆਸੀ ਬੰਦੇ ਹੋਣ ਨਹੀਂ ਦਿੰਦੇ। ਜਿਨ੍ਹਾਂ ਨੇ ਅੱਜ ਕਾਨਫਰੰਸ ਕੀਤੀ ਹੈ ਖਿਦਰਾਬਾਦ, ਉਹ ਸਿਆਸੀ ਮੁੱਦੇ ਹੀ ਠਾਲਿਆ। ਖਿਦਰਾਬਾਦ ਜਾ ਕੇ ਇਸ ਨੂੰ ਪਤਾ ਕਰ ਲਓ ਵੀ ਹਿੰਦੂ ਸਿੱਖਵਾਦ ਕਦੀ ਅੱਜ ਤੱਕ ਕਦੇ ਹੋਇਆ ਹੋਵੇ। ਬਿਲਕੁਲ, ਕਿ ਪਿੰਡ ਦੇ ਵਿੱਚ ਮਾਹੌਲ ਖਰਾਬ ਨਾ ਹੋਏ, ਇਸ ਨੂੰ ਲੈ ਕੇ ਦੋਨੇ ਧਿਰਾਂ ਦਾ ਫੈਸਲਾ ਹੋ ਜੇ ਤਾਂ ਦੋਨੇ ਰਜ਼ਾਮੰਦ ਨੇ। ਬੈਟਰ ਅਸੀਂ ਤਾਂ ਕਹਿੰਦੇ ਵੀ ਵਧੀਆ ਜੀ, ਇਹ ਵੀ ਸਾਡੇ ਪਿੰਡ ਦਾ ਮਾਹੌਲ ਨਾ ਖਰਾਬ ਹੋਵੇ। ਆਪਣੀ ਸਿਆਸੀ ਰੋਟੀਆਂ ਸੇਕਣ ਵਾਸਤੇ ਇੱਕ ਬੰਦਾ ਇਹ ਕੰਮ ਕਰ ਰਿਹਾ ਖਿਦਰਾਬਾਦ ਦੇ ਵਿੱਚ ਜਾ ਕੇ। ਰਾਣਾ ਕੁਸ਼ਲਪਾਲ ਜੀ ਹੈ, ਨਾਮ ਲੈਣ ਤੋਂ ਮੈਂ ਗੁਰੇਜ਼ ਨਹੀਂ ਕਰਦਾ। ਉਹ ਸਾਰਾ ਮਾਹੌਲ ਉਹਨੇ ਇਕੱਲੇ ਨੇ ਖਿਦਰਾਬਾਦ ਦੇ ਵਿੱਚ ਖਰਾਬ ਕੀਤਾ ਹੈ ਸਾਡਾ। ਅੱਜ ਤੱਕ ਸਾਡੇ ਪਿੰਡ ਦੇ ਵਿੱਚ ਕੋਈ ਸੈਣੀਵਾਦ ਹਿੰਦੂਵਾਦ ਦਾ ਮਾਹੌਲ ਨਹੀਂ ਸੀਗਾ ਹੋਇਆ। ਤਕਰੀਬਨ ਪਿਛਲੇ 4 ਮਹੀਨੇ ਤੋਂ ਉੱਥੇ ਠਾਲ ਰਿਹਾ, ਇਹ ਮਸਲਾ ਠਾਲਿਆ ਇਹਨੇ ਆਪਣੀਆਂ ਵੋਟਾਂ ਦੇ ਮਸਲੇ ਦੇ ਵਿੱਚ, ਸਿਆਸੀ ਆਪਣਾ ਪੈਂਤਰਾ ਜਮਾਉਣ ਦੇ ਲਈ ਵੀ ਮੈਂ ਪਿੰਡ ਦੇ ਵਿੱਚ ਆਪਣੀ ਛਾਪ ਛੱਡਾਂ। ਅੱਛਾ, ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸਿਆਸੀ ਰੰਗਤ ਕਹਿੰਦੇ ਦਿੱਤੀ ਜਾ ਰਹੀ ਹੈ ਇਸ ਲੜਾਈ ਝਗੜੇ ਨੂੰ, ਭਾਵੇਂ ਕਿ ਦੋਨੇ ਧਿਰਾਂ ਫੈਸਲਾ ਕਰਨ ਨੂੰ ਤਿਆਰ ਨੇ। ਕਹਿੰਦੇ ਕਿ ਜੇ ਸਿਆਸੀ ਬੰਦੇ ਪਿੱਛੋਂ ਹਟ ਜਾਣ ਤਾਂ ਕਿਤੇ ਨਾ ਕਿਤੇ ਦੋਨੇ ਧਿਰਾਂ ਦੇ ਉੱਤੇ ਜਿਹੜੇ ਇੱਕ ਦੂਜੇ ਦੇ ਇਲਜ਼ਾਮ ਲਗਾ ਰਹੇ ਨੇ ਫੈਸਲਾ ਹੋ ਸਕਦਾ ਹੈ। ਪਰ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਪਿੰਡ ਦੇ ਵਿੱਚ ਸਿਆਸਤ ਹੋ ਰਹੀ ਹੈ। ਤਾਂ ਇਹਨਾਂ ਦੋਸ਼ ਲਾਏ ਨੇ ਕਿ ਜੇ ਇਦਾਂ ਦੇ ਸਿਆਸਤੀ ਬੰਦੇ ਵਿੱਚ ਨਾ ਆਉਣ ਤਾਂ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਲੜਾਈ ਝਗੜੇ ਵੀ ਖਤਮ ਹੋ ਜਾਣਗੇ। ਕਿ ਜਿਹੜੀ ਹਿੰਦੂ ਸਿੱਖ ਦੀ ਲੜਾਈ ਦਾ ਮਾਮਲਾ ਸਾਹਮਣੇ ਆ ਰਿਹਾ ਕਿ ਖਿਦਰਾਬਾਦ ਦੇ ਵਿੱਚ ਮਾਮਲਾ ਭਖਿਆ ਹੋਇਆ, ਇਸ ਨੂੰ ਲੈ ਕੇ ਦੱਸਿਆ ਕਿ ਮਾਮਲਾ ਅਸੀਂ ਨਹੀਂ ਬਣਾਇਆ, ਮਾਮਲਾ ਸਿਆਸਤੀ ਬੰਦੇ ਬਣਾ ਰਹੇ ਨੇ। ਕਿ ਹੁਣ ਦੇਖਦੇ ਹਾਂ ਆਉਣ ਦਿਨਾਂ ਦੇ ਵਿੱਚ ਕਿ ਦੋਨੇ ਧਿਰਾਂ ਦਾ ਫੈਸਲਾ ਕਿੰਨਾ ਕੁ ਹੁੰਦਾ, ਜਾਂ ਫਿਰ ਸਿਆਸੀ ਜਿਹੜੇ ਬੰਦੇ ਨੇ ਵਿੱਚ ਆਪਣੀਆਂ ਰੋਟੀਆਂ ਸਿੱਖਦੇ ਨੇ। ਤੁਹਾਡੇ ਨਾਲ ਕੈਮਰਾਮੈਨ ਸਤਵੰਤ ਦੇ ਨਾਲ ਹਰਤੇਜ ਸਿੰਘ ਤੇਜੀ, HN1 ਨਿਊਜ਼ ਘਨੌਲੀ। ਇਸ ਮਾਮਲੇ ਨੂੰ ਲੈ ਕੇ ਅਸੀਂ ਜਦੋਂ ਬਲਾਕ ਮਾਜਰੀ ਥਾਣਾ ਦੇ SI ਪਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਅਜੇ MRI ਰਿਪੋਰਟ ਆਉਣੀ ਬਾਕੀ ਹੈ, ਕਿ ਉਸ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲਾ ਦਰਜ ਕਰਾਂਗੇ। ਜੋ ਵੀ ਇਸ ਦੇ ਵਿੱਚ ਦੋਸ਼ੀ ਧਿਰ ਪਾਈ ਗਈ ਉਸ ਦੇ ਖਿਲਾਫ ਸਖਤ ਕਾਰਵਾਈ ਹੋਏਗੀ। ਕਿਸੇ ਤਰੀਕੇ ਦੀ ਵੀ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਹੀਂ ਹੋਣ ਦਿੱਤੀ ਜਾਵੇਗੀ।